मेरे सतगुरु पकड़ी बाह, नहीं तो मैं बह जाता। मेरे सतगुरु पकड़ी बाह, नहीं तो मैं बह जाता। ਇਹ ਜਿਹੜਾ ਸ਼ਬਦ ਹੈ ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ। ਆਪ ਜੀ ਇਸ ਸ਼ਬਦ ਦੇ ਜ਼ਰੀਏ ਸਾਨੂੰ ਉਹ ਸਤਿਗੁਰ ਦੀ ਜਿਹੜੀ ਮਹਿਮਾ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਇੱਥੇ ਉਹ ਸਾਨੂੰ ਉਹ ਪੂਰਾ ਪ੍ਰੋਸੀਜਰ ਜਿਹੜਾ ਉਹ ਸਤਿਗੁਰ ਸਾਨੂੰ ਇਸ ਭਵ ਸਾਗਰ ਤੋਂ ਕੱਢਣ ਵਾਸਤੇ ਆਉਂਦਾ ਹੈ, ਉਸ ਦਾ ਪੂਰਾ ਇੱਕ ਦ੍ਰਿਸ਼ ਸਾਡੇ ਸਾਹਮਣੇ ਰੱਖ ਰਹੇ ਹਨ। ਜਦ ਉਹ ਪਰਮਾਤਮਾ ਖੁਸ਼ਨਸੀਬੀ ਕਰਕੇ ਆਪਣੀ ਚੁਣਿੰਦੀ ਜਿਹੜੀ ਆਤਮਾਵਾਂ ਹਨ ਉਹਨਾਂ ਨੂੰ ਕੱਢਣ ਵਾਸਤੇ ਇਸ ਦੁਨੀਆ ਦੇ ਵਿੱਚ ਸਤਿਗੁਰ ਦਾ ਰੂਪ ਲੈ ਕੇ ਆਂਦਾ ਹੈ, ਤਾਂ ਉਹ ਸਾਨੂੰ ਬਚਾਉਣ ਕਰਕੇ ਆਂਦਾ ਹੈ, ਸਾਨੂੰ ਬਚਾਣੇ ਆਂਦਾ ਹੈ। ਦੇਖੋ, ਜਿਵੇਂ ਆਪਾਂ ਦੁਨੀਆ ਦੀ ਗੱਲ ਕਰੇ, ਜਿਵੇਂ ਕਿਸੇ ਦੇਸ਼ ਦੇ ਵਿੱਚ ਲੜਾਈ ਛਿੜ ਜਾਂਦੀ ਹੈ ਤਾਂ ਜਿਹੜੇ ਆਪਣੇ ਦੇਸ਼ ਦੇ ਲੋਕੀ ਉੱਤੇ ਫਸ ਜਾਂਦੇ ਹਨ ਤਾਂ ਸਾਡੀ ਸਰਕਾਰ ਕੀ ਕਰਦੀ ਹੈ, ਉੱਥੇ ਇੱਕ ਰੈਸਕਿਊ ਆਪਰੇਸ਼ਨ ਚਲਾਉਂਦੀ ਹੈ। ਜਿਵੇਂ ਆਪਾਂ ਨੇ ਰਸ਼ੀਆ ਯੂਕਰੇਨ ਦਾ ਵਾਰ ਦੇਖਿਆ, ਉੱਥੇ ਜਦ ਸਾਡੇ ਲੋਕੀ ਫਸ ਗਏ ਸੀ ਤਾਂ ਸਰਕਾਰ ਨੇ ਇੱਥੇ ਤੋਂ ਆਪਣੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ, ਆਪਣੀ ਜਿਹੜੀ ਫੋਰਸਿਸ ਸੀਗੀ ਉਹ ਉੱਥੇ ਭੇਜੀ ਸੀ ਤੇ ਆਪਣੇ ਲੋਕੀ ਨੂੰ ਉੱਥੇ ਤੋਂ ਲੈ ਕੇ ਭਾਰਤ ਵਾਪਸ ਆਏ ਸੀ। ਇਹ ਤਾਂ ਦੁਨੀਆ ਦਾ ਰੈਸਕਿਊ ਆਪਰੇਸ਼ਨ ਹੋ ਗਿਆ। ਲੇਕਿਨ ਪਰਮਾਰਥ ਦੇ ਵਿੱਚ ਵੀ ਰੈਸਕਿਊ ਆਪਰੇਸ਼ਨ ਚੱਲਦਾ ਹੈ, ਜਿਹਨੂੰ ਆਪਾਂ ਉਹ ਸਤਿਗੁਰ ਦੀ ਮਹਿਮਾ ਕਹਿੰਦੇ ਹਨ। ਉਹ ਪਰਮਾਤਮਾ ਉਸ ਸਤਿਗੁਰ ਦਾ ਰੂਪ ਧਾਰਨ ਕਰਕੇ ਇਸ ਦੁਨੀਆ ਦੇ ਵਿੱਚ ਆਉਂਦਾ ਹੈ। ਉਹ ਸਾਨੂੰ ਬਚਾਉਣ ਵਾਸਤੇ ਇੱਥੇ ਆਉਂਦਾ ਹੈ। ਇਸ ਸ਼ਬਦ ਦੇ ਜ਼ਰੀਏ ਕਬੀਰ ਸਾਹਿਬ ਜੀ ਉਹ ਜਿਹੜੀ ਗਹਿਰਾਈ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ, ਉਸ ਰਹੱਸ ਨੂੰ ਸਾਡੇ ਸਾਹਮਣੇ ਰੱਖ ਰਹੇ ਹਨ ਤੇ ਉਸ ਗੁਰੂ ਦਾ ਜਿਹੜਾ ਸੰਕਲਪ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਆਪ ਜੀ ਨੇ ਸ਼ਬਦ ਦੀ ਸ਼ੁਰੂਆਤ ਕੀਤੀ, ਮੇਰੇ ਸਤਿਗੁਰੂ ਪਕੜੀ ਬਾਹ, ਨਹੀਂ ਤੋ ਮੈਂ ਬਹਿ ਜਾਤਾ। ਮੇਰੇ ਸਤਿਗੁਰੂ ਪਕੜੀ ਬਾਹ। ਹੁਣ ਦੇਖੋ, ਇੱਥੇ ਕੋਈ ਇਹੋ ਜਿਹਾ ਸਵਾਲ ਨਹੀਂ ਹੈ ਕਿ ਚੇਲੇ ਨੇ ਗੁਰੂ ਨੂੰ ਫੜਾ ਹੈ ਜਾਂ ਚੇਲੇ ਨੇ ਗੁਰੂ ਕੀ ਬਾਹ ਫੜੀ ਹੈ। ਨਹੀਂ, ਸਤਿਗੁਰੂ ਪਕੜੀ ਬਾਹ, ਇਹਦੇ ਵਿੱਚ ਗਹਿਰਾਈ ਹੈ, ਕਿਉਂਕਿ ਕਬੀਰ ਸਾਹਿਬ ਜੀ ਇੱਥੇ ਉਲਟਾ ਕਹਿ ਰਹੇ ਹਨ। ਇਸ ਅਧਿਆਤਮਿਕ ਜਿਹੜੀ ਦ੍ਰਿਸ਼ਟੀ ਤੋਂ ਆਪਾਂ ਇਹਨੂੰ ਦੇਖੀਏ ਤਾਂ ਇਨਸਾਨ ਦੇ ਵਿੱਚ, ਸ਼ਿਸ਼ ਦੇ ਵਿੱਚ ਇੰਨੀ ਤਾਕਤ ਵੀ ਨਹੀਂ ਹੈ ਕਿ ਉਹ ਆਪਣੇ ਸਤਿਗੁਰੂ ਦਾ ਹੱਥ ਫੜ ਸਕੇ। ਉਹ ਸਤਿਗੁਰ ਸਾਡੇ ਉੱਤੇ ਦਇਆ ਮਿਹਰ ਕਰਕੇ ਉਹ ਸਾਡੀ ਬਾਹ ਫੜਦਾ ਹੈ। ਆਪਾਂ ਕਹਿ ਦਿੰਦੇ ਆ ਜੀ ਆਪਾਂ ਨੇ ਗੁਰੂ ਕੀ ਬਾਹ ਫੜਨੀ, ਆਪਾਂ ਨਹੀਂ ਫੜ ਸਕਦੇ ਭਾਈ, ਸਾਡੇ ਵਿੱਚੋਂ ਇੰਨੀ ਤਾਕਤ ਨਹੀਂ ਹੈ। ਉਹ ਚਾਹੂਗਾ, ਉਹ ਆਪਣੀ ਮਿਹਰ ਕਰਕੇ ਸਾਡਾ ਹੱਥ ਫੜੂਗਾ ਤਾਂ ਸਾਡਾ ਕੁਝ ਹੋ ਸਕਦਾ ਹੈ, ਨਹੀਂ ਤਾਂ ਸਾਡੇ ਵਿੱਚ ਤਾਕਤ ਨਹੀਂ ਹੈ। ਇਸ ਕਰਕੇ ਆਪ ਜੀ ਨੇ ਕਹਾ ਸਤਿਗੁਰੂ ਪਕੜੀ ਬਾਹ। ਆਪ ਇਹ ਵੀ ਕਹਿ ਸਕਦੇ ਸੀ ਕਿ ਸ਼ਿਸ਼ ਪਕੜੀ ਸਤਿਗੁਰ ਦੀ ਬਾਹ, ਨਾ, ਆਪ ਜੀ ਨੇ ਕਹਾ ਸਤਿਗੁਰੂ ਪਕੜੀ ਬਾਹ। ਉਹ ਸਤਿਗੁਰ ਜਦ ਸਾਡਾ ਹੱਥ ਫੜ ਕੇ ਸਾਨੂੰ ਇਸ ਦੁਨੀਆ ਦਾ ਜਿਹੜਾ ਭਵ ਸਾਗਰ ਹੈ ਉਸ ਤੋਂ ਕੱਢਣ ਵਾਸਤੇ ਆਂਦਾ ਹੈ। ਆਪਾਂ ਤੇ ਸੰਸਾਰ ਦੀ ਜਿਹੜੀ ਲਹਿਰੇ ਹਨ ਉਸ ਦੇ ਵਿੱਚ ਬੇਹੋਸ਼ ਹੋ ਕਰ ਬਹਿ ਰਹੇ ਹਨ। ਹੁਣ ਸਵਾਲ ਉੱਠਦਾ ਹੈ ਕਿ ਜੀ ਉਹ ਕਿਹੜੀ ਲਹਿਰ ਹੈ, ਉਹ ਕਿਹੜਾ ਸਮੁੰਦਰ ਹੈ? ਆਪਾਂ ਤਾਂ ਸਾਰੇ ਇੱਥੇ ਜਿਉਂਦੇ ਬੈਠੇ ਹਨ, ਫਿਰ ਕਿਹੜੇ ਡੁੱਬਣ ਦੀ ਤੇ ਕਿਹੜੇ ਸਹਾਰੇ ਦੀ ਗੱਲ ਕਰ ਰਹੇ ਹਨ? ਤਾਂ ਇਹ ਜਿਹੜਾ ਸਮੁੰਦਰ ਹੈ ਇਹ ਉਹ ਪੰਜ ਦੁਹੇਲੇ ਜਿਹੜੇ ਹਨ, ਪੰਜ ਐਵਿਲ ਜਿਹਨੂੰ ਕਹਾ ਜਾਂਦਾ ਹੈ, ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ। ਇਹ ਜਿਹੜੀ ਲਹਿਰੇ ਹਨ ਇਹ ਸਾਨੂੰ ਰੋਜ਼ ਇਸ ਦੁਨੀਆ ਦੇ ਵਿੱਚ ਡੁਬਾ ਰਹੀ ਹਨ। ਜਦ ਆਪਾਂ ਪੂਰੀ ਤਰੀਕੇ ਦੇ ਨਾਲ ਹਾਰ ਮੰਨ ਲੈਂਦੇ ਹਨ, ਡੁੱਬਣਾ ਸ਼ੁਰੂ ਕਰ ਦਿੰਦੇ ਹਨ, ਤਾਂ ਉਹ ਗੁਰੂ ਆਪਣੀ ਮਰਜ਼ੀ ਦੇ ਨਾਲ ਸਾਡਾ ਜਿਹੜਾ ਹੱਥ ਹੈ ਉਹ ਥਾਮਣਾ ਸ਼ੁਰੂ ਕਰਤਾ ਹੈ।
ਇਹ ਉਸ ਗੁਰੂ ਦੀ ਦਇਆ ਤੋਂ ਬਗੈਰ ਨਹੀਂ ਹੋ ਸਕਦਾ। ਇਹ ਉਹਦੀ ਦਇਆ ਕਰਕੇ ਹੁੰਦਾ ਹੈ। ਹੁਣ ਸਤਿਗੁਰ ਦੀ ਲੋੜ ਕਿਵੇਂ ਪੈਂਦੀ ਹੈ? ਦੇਖੋ, ਆਪਾਂ ਸੋਚਦੇ ਹਾਂ ਕਿ ਆਪਾਂ ਆਪਣੇ ਜ਼ਰੀਏ, ਆਪਣੇ ਇੰਟੈਲੈਕਚੁਅਲ ਦੇ ਨਾਲ, ਆਪਣੀ ਤਾਕਤ ਦੇ ਨਾਲ ਕਾਮ ਵਾਸਨਾ ਨੂੰ, ਕ੍ਰੋਧ ਨੂੰ, ਮੋਹ ਨੂੰ, ਲੋਭ ਨੂੰ, ਅਹੰਕਾਰ ਨੂੰ ਕਾਬੂ ਕਰ ਸਕਦੇ ਹਨ, ਤਾਂ ਕਦੇ ਨਹੀਂ ਕਰ ਸਕਦੇ। ਕਾਮ ਦੇਵ ਹੈ, ਕੋਈ ਇੱਕ ਇਹੋ ਜਿਹੀ ਸ਼ਕਤੀ ਹੈ ਜਿਹੜੀ ਇੱਕ ਦੇਵ ਹੈ। ਇਹ ਦੇਵ ਦੇ ਰੂਪ ਹਨ। ਕਿ ਤੁਸੀਂ ਕਦੇ ਸੁਣਿਆ ਹੈ ਕਿ ਕਦੇ ਇਨਸਾਨ ਤੇ ਦੇਵ ਦੀ ਲੜਾਈ ਦੇ ਵਿੱਚ ਇਨਸਾਨ ਜਿੱਤਿਆ ਹੋਵੇ? ਕਦੇ ਨਹੀਂ ਜਿੱਤ ਸਕਦਾ। ਜਿੰਨਾ ਚਿਰ ਸਾਡੇ ਵੱਲ ਓਨੀ ਤਾਕਤ ਨਾ ਹੋਵੇ ਕਿ ਆਪਾਂ ਕਿਸੇ ਦੇਵ ਨੂੰ ਹਰਾ ਸਕੀਏ। ਤੇ ਜੇ ਆਪਾਂ ਇਹਨਾਂ ਕਾਮ, ਕ੍ਰੋਧ, ਮੋਹ, ਲੋਭ ਨੂੰ ਹਰਾਉਣਾ ਚਾਹੁੰਦੇ ਆ, ਜਿਹਦੀ ਲਹਿਰ ਦੇ ਵਿੱਚ ਆਪਾਂ ਡੁੱਬੇ ਹੋਏ ਹਨ, ਤਾਂ ਆਪਾਂ ਨੂੰ ਇੱਕ ਸਹਾਰੇ ਦੀ ਲੋੜ ਪੈਂਦੀ ਹੈ, ਜਿਹੜਾ ਸਭ ਤੋਂ ਤਾਕਤਵਰ ਸਾਡੇ ਵਾਸਤੇ ਉਹਨਾਂ ਚੀਜ਼ਾਂ ਤੋਂ ਲੜ ਸਕੇ। ਉਹ ਸਤਿਗੁਰ ਸਾਡੇ ਵਿੱਚ ਉਹ ਸਹਾਰਾ ਬਣਾ ਦਿੰਦਾ ਹੈ, ਸਾਨੂੰ ਲੜਨ ਵਾਲਾ ਬਣਾ ਦਿੰਦਾ ਹੈ, ਸਾਨੂੰ ਉਹ ਹਿੰਮਤ ਬਖਸ਼ ਦਿੰਦਾ ਹੈ ਕਿ ਆਪਾਂ ਇਹਨਾਂ ਵਿਕਾਰਾਂ ਦੇ ਨਾਲ ਲੜ ਸਕੀਏ ਤੇ ਅੱਗੇ ਜਾ ਸਕੀਏ। ਤੇ ਹੁੰਦਾ ਕਿਸ ਦੇ ਨਾਲ ਹੈ? ਉਹ ਚੁਣਿੰਦੀ ਆਤਮਾ ਦੇ ਨਾਲ ਹੁੰਦਾ ਹੈ, ਸਭ ਦੇ ਨਾਲ ਨਹੀਂ ਹੁੰਦਾ। ਜਦ ਤੱਕ ਉਹ ਸਤਿਗੁਰ, ਉਹ ਪਰਮਾਤਮਾ ਨਹੀਂ ਚਾਹੁੰਦਾ, ਉਹ ਸਾਡੀ ਬਾਹ ਨਹੀਂ ਫੜ ਸਕਦਾ। ਤੁਸੀਂ ਆਪਣੇ ਆਲੇ ਦੁਆਲੇ ਵੇਖ ਸਕਦੇ ਹੋ, ਕਿੰਨੇ ਲੋਕੀ ਹੋਣਗੇ ਜਿਹੜੇ ਕਿ ਕਦੇ ਵੀ ਸਤਸੰਗ ਦੇ ਵੱਲ ਨਹੀਂ ਤੁਰੇ, ਕਿਸੇ ਸਤਿਗੁਰ ਨੂੰ ਉਹਨਾਂ ਨੇ ਨਹੀਂ ਪਾਇਆ, ਆਪਣੀ ਜ਼ਿੰਦਗੀ ਦੇ ਵਿੱਚ ਚੱਲ ਰਹੇ ਹਨ। ਲੇਕਿਨ ਤੁਸੀਂ ਭਾਗਾ ਵਾਲੇ ਹੋ ਜੇ ਤੁਹਾਨੂੰ ਗੁਰੂ ਮਿਲਾ ਹੈ। ਗੁਰੂ ਮਿਲਾ ਵਡ ਭਾਗੀ, ਸਤਪੁਰਸ਼ ਮੈਂ ਪਾਇਆ। ਜਦ ਗੁਰੂ ਮਿਲਦਾ ਹੈ ਤਾਂ ਉਹ ਜਿਹੜਾ ਸਤਪੁਰਸ਼ ਹੈ, ਜਿਹੜਾ ਅਨਾਮੀ ਹੈ, ਜਿਹੜਾ ਅਕਾਲ ਪੁਰਖ ਹੈ, ਉਸ ਦੇ ਜਿਹੜਾ ਰਸਤਾ ਹੈ ਉਹ ਆਪਣੇ ਆਪ ਸਾਡੇ ਵਰਗਾ ਖੁੱਲ ਜਾਂਦਾ ਹੈ। ਤਾਂ ਇਹ ਜਿਹੜਾ ਬਹਾਵ ਹੈ, ਇਹਦੇ ਵਿੱਚ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਜੇ ਉਹ ਸਤਿਗੁਰ ਮੇਰੀ ਬਾਂਹ ਨਾ ਫੜਦਾ ਤਾਂ ਮੈਂ ਤਾਂ ਬਹਿ ਜਾਣਾ ਸੀ। ਪਤਾ ਨਹੀਂ ਕਿਤੇ ਜਾ ਕੇ ਮੈਨੂੰ ਸਹਾਰਾ ਮਿਲਦਾ ਜਾਂ ਨਾ ਮਿਲਦਾ। ਮੇਰੇ ਸਤਿਗੁਰੂ ਪਕੜੀ ਬਾਹ, ਨਹੀਂ ਤਾਂ ਮੈਂ ਬਹਿ ਜਾਤਾ। ਹੁਣ ਤੁਸੀਂ ਦੇਖੋ, ਕਈ ਲੋਕੀ ਇਹੋ ਜਿਹੇ ਹੋਣਗੇ ਜਿਨ੍ਹਾਂ ਨੂੰ ਜਿਹੜਾ ਸਤਸੰਗ ਦਾ ਮਾਹੌਲ ਹੈ ਉਹ ਬਚਪਨ ਤੋਂ ਮਿਲਿਆ ਹੋਵੇਗਾ। ਉਹਨਾਂ ਦੇ ਵਿੱਚ ਬੜਾ ਈਜ਼ੀ ਹੋ ਸਕਦਾ ਹੈ ਇਸ ਰਸਤੇ ਦੇ ਉੱਤੇ ਚੱਲਣਾ। ਲੇਕਿਨ ਆਪਾਂ ਵਿੱਚੋਂ ਕਈ ਇਹੋ ਜਿਹੇ ਹੋਣਗੇ ਜਿਹੜਾ ਕਿ ਪਹਿਲਾ ਸਤਸੰਗੀ ਨਹੀਂ ਸੀਗੇ, ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਨਹੀਂ ਸੀਗਾ, ਲੇਕਿਨ ਉਹਨਾਂ ਦੇ ਵਿੱਚ ਉਸ ਮਾਲਕ ਨੇ ਉਹ ਜੋਤ ਰੱਖੀ ਤੇ ਉਹਨਾਂ ਨੂੰ ਕੱਢ ਕੇ ਉਹ ਸਤਸੰਗ ਦੇ ਵੱਲ ਲੈ ਗਿਆ, ਉਹਨਾਂ ਨੂੰ ਨਾਮਦਾਨ ਬਖਸ਼ ਦਿੱਤਾ। ਤਾਂ ਉਹ ਉਸ ਸਤਿਗੁਰ ਦੀ ਬਾਂਹ ਹੈ ਜਿਨ੍ਹਾਂ ਨੇ ਸਾਨੂੰ ਫੜ ਕੇ ਉਸ ਸੱਚੇ ਰਾਸਤੇ ਦੇ ਉੱਤੇ ਚਲਾ ਦਿੱਤਾ। ਆਪਾਂ ਵਿੱਚੋਂ ਕਈ ਸੀਗੇ ਜਿਹੜਾ ਪਹਿਲਾਂ ਐਲਕੋਹਲ ਦਾ ਸੇਵਨ ਕਰਦੇ ਸੀ, ਨੌਨ ਵੈਜ ਖਾਂਦੇ ਹੁੰਦੇ ਸੀ, ਗਲਤ ਰਸਤੇ ਦੇ ਉੱਤੇ ਚੱਲਦੇ ਹੁੰਦੇ ਸੀ, ਲੇਕਿਨ ਉਹ ਸਤਿਗੁਰ ਨੇ ਮਿਹਰ ਕਰਕੇ ਸਾਨੂੰ ਚੰਗੇ ਰਸਤੇ ਦੇ ਉੱਤੇ ਲਾ ਦਿੱਤਾ। ਉਹ ਉਸ ਸਤਿਗੁਰ ਨੇ ਸਾਡੀ ਬਾਂਹ ਫੜੀ ਹੈ, ਉਹ ਸਾਨੂੰ ਅੱਗੇ ਲੈ ਕੇ ਜਾ ਰਿਹਾ ਹੈ। ਜੇ ਸਤਿਗੁਰ ਨਾ ਹੁੰਦਾ, ਜੇ ਉਹ ਮੈਨੂੰ ਨਾ ਚੁਣਦਾ, ਤਾਂ ਭਾਈ ਆਪਾਂ ਤਾਂ ਫਿਰ ਇੱਥੇ ਦੇ ਇੱਥੇ ਭਟਕਦੇ ਰਹਿੰਦੇ, ਕੀੜੇ ਮਕੌੜੇ ਵਾਂਗੂ ਮਰਦੇ ਰਹਿੰਦੇ ਤੇ ਜਿਉਂਦੇ ਰਹਿੰਦੇ। ਹੁਣ ਅਗਲੀ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਕਰਮ ਕਾਟ ਕੋਇ ਨਾ ਕੀਆ, ਬ੍ਰਹਮ ਅਗਨੀ ਪਾਰ ਝਾਰ, ਲੋਭ ਮੋਹ ਬ੍ਰਹਮਚਰਿਆ, ਸਤਿਗੁਰੂ ਬੜੇ ਦਇਆਰ। ਹੁਣ ਇਸ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ? ਕਰਮ ਕਾਟ ਕੋਇ ਲਾ ਕੀਆ, ਬ੍ਰਹਮ ਅਗਨੀ ਪਰ ਝਾਰ, ਲੋਭ ਮੋਹ ਪਰਮ ਝਾਰਿਆ, ਸਤਿਗੁਰ ਬੜੇ ਦਇਆਰ। ਹੁਣ ਅੱਗੇ ਹੋਰ ਉਹ ਸਤਿਗੁਰ ਦੀ ਮਹਿਮਾ ਸਾਡੇ ਸਾਹਮਣੇ ਰੱਖ ਰਹੇ ਹਨ। ਆਪਾਂ ਦੇਖੋ, ਇਹ ਜਨਮ ਦੇ ਵਿੱਚ ਜੇ ਆਪਾਂ ਆਏ ਹਨ, ਜੇ ਸਾਡਾ ਜਨਮ ਹੁੰਦਾ ਹੈ, ਆਪਾਂ ਗਰੀਬ ਹੈਗੇ ਆ, ਆਪਾਂ ਅਮੀਰ ਹੈਗੇ ਆ, ਸਾਨੂੰ ਕੋਈ ਬਿਮਾਰੀ ਹੈ ਜਾਂ ਕੁਝ ਵੀ ਆਪਾਂ ਇਸ ਦੁਨੀਆ ਦੇ ਵਿੱਚ ਸਹਿ ਰਹੇ ਹਨ, ਉਹ ਉਸ ਕਰਮ ਕਰਕੇ ਸਹਿ ਰਹੇ ਹਨ। ਕਰਮੋ ਕਰਮੀ ਆਪਣੀ, ਕੇ ਨੇੜੇ ਕੇ ਦੂਰ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਣਾ।
ਤਾਂ ਆਪਾਂ ਆਪਣੇ ਕਰਮਾਂ ਕਰਕੇ ਇਸ ਦੁਨੀਆ ਦੇ ਵਿੱਚ ਆ ਰਹੇ ਹਨ, ਆਪਾਂ ਇੱਥੇ ਦੁੱਖ ਸੁੱਖ ਭੋਗ ਰਹੇ ਹਨ। ਕਰਮਾਂ ਦਾ ਜਿਹੜਾ ਖੇਡ ਹੈ ਉਹ ਸਾਨੂੰ ਇਸ ਦੁਨੀਆ ਦੇ ਵਿੱਚ ਚਲਾ ਰਿਹਾ ਹੈ। ਤਾਂ ਕਬੀਰ ਸਾਹਿਬ ਜੀ ਇੱਥੇ ਸਾਨੂੰ ਉਹ ਜਿਹੜੀ ਅਦਭੁਤ ਉਪਮਾ ਹੈ ਉਹ ਦੇ ਰਹੇ ਹਨ ਕਿ ਜਿਵੇਂ ਕੋਈ ਲੱਕੜੀ ਜਲ ਕਰ ਕੋਇਲਾ ਬਣ ਜਾਂਦੀ ਹੈ, ਫਿਰ ਉਹਦੀ ਰਾਖ ਬਣ ਜਾਂਦੀ ਹੈ, ਉਸੇ ਤਰੀਕੇ ਦੇ ਨਾਲ ਜਿਹੜਾ ਸੱਚਾ ਗੁਰੂ ਹੈ ਉਹ ਸਾਡੇ ਜਿਹੜੇ ਸੰਚਿਤ ਕਰਮ ਹਨ ਉਹਨੂੰ ਪਰਮ ਅਗਨੀ ਦੇ ਸਮਾਨ ਗਿਆਨ ਕੀ ਜਿਹੜੀ ਜਵਾਲਾ ਹੈ ਉਹਦੇ ਵਿੱਚ ਝੋਕ ਦਿੰਦਾ ਹੈ। ਉਹ ਸਾਨੂੰ ਸਤਸੰਗ ਦੇ ਵਿੱਚ ਜੋੜ ਦਿੰਦਾ ਹੈ ਤੇ ਸਾਨੂੰ ਕਿਰਪਾ ਕਰਕੇ ਨਾਮਦਾਨ ਬਖਸ਼ ਦਿੰਦਾ ਹੈ। ਉਸ ਨਾਮਦਾਨ ਦੇ ਜ਼ਰੀਏ ਜਦ ਆਪਾਂ ਭਜਨ ਸਿਮਰਨ ਕਰਦੇ ਹਾਂ ਤਾਂ ਜਿਹੜੇ ਸਾਡੇ ਸੰਚਿਤ ਕਰਮ ਹਨ ਉਹਨਾਂ ਦੀ ਰਾਖ ਬਣ ਜਾਂਦੀ ਹੈ। ਜਿਹੜੇ ਸਾਡੇ ਪਹਿਲੇ ਕਰਮ ਰਹਿੰਦੇ ਹਨ ਉਹਨਾਂ ਦੀ ਰਾਖ ਬਣ ਜਾਂਦੀ ਹੈ ਤੇ ਸਾਡਾ ਜਿਹੜਾ ਮਨ ਹੈ ਉਹ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਜਿਹੜਾ ਮਰਨ ਜਨਮ ਦਾ ਜਿਹੜਾ ਚੱਕਰ ਹੈ ਇਹ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿੰਨਾ ਚਿਰ ਕਰਮ ਹੈ ਆਪਾਂ ਸਰੀਰ ਦੇ ਵਿੱਚ ਹਨ। ਉਹ ਹੁੰਦਾ ਕਿਵੇਂ ਹੈ? ਉਸ ਮਾਲਿਕ ਦੇ ਦਿੱਤੇ ਹੋਏ ਨਾਮ ਦੇ ਜ਼ਰੀਏ ਹੁੰਦਾ ਹੈ। ਦੇਖੋ, ਕਹਿਣ ਦੇ ਜ਼ਰੀਏ ਨਹੀਂ ਹੁੰਦਾ ਕਿ ਆਪਾਂ ਨੇ ਕਹਿ ਦਿੱਤਾ ਤਾਂ ਹੋ ਜਾਵੇਗਾ, ਕਰਨੀ ਦੇ ਨਾਲ ਹੁੰਦਾ ਹੈ। ਕੇਵਲ ਉਸ ਦੀ ਮਹਿਮਾ ਗਾ ਕੇ ਨਹੀਂ ਹੁੰਦਾ, ਉਸ ਦੇ ਦਿੱਤੇ ਹੋਏ ਨਾਮ ਦੀ ਕਦਰ ਕਰਕੇ, ਉਸ ਗਿਆਨ ਦੇ ਉੱਤੇ ਚੱਲ ਕੇ, ਉਸ ਸਿਮਰਨ ਨੂੰ ਵਧਾ ਕੇ ਆਪਾਂ ਉਸ ਗਿਆਨ ਦੇ ਜ਼ਰੀਏ ਇਹ ਜਿਹੜੇ ਕਰਮ ਹਨ ਇਹਨੂੰ ਰਾਖ ਕਰ ਦਿੰਦੇ ਹਨ। ਉਹ ਜਿਹੜੀ ਬ੍ਰਹਮ ਅਗਨੀ ਹੈ ਜਿਨ੍ਹਾਂ ਨੂੰ ਗਿਆਨ ਦੀ ਜਵਾਲਾ ਆਪਾਂ ਕਹਿੰਦੇ ਹਾਂ, ਲਾਈਟ ਆਫ ਨੌਲੇਜ ਜਿਨ੍ਹਾਂ ਨੂੰ ਕਹਿੰਦੇ ਆ, ਉਹ ਫਾਇਰ ਆਫ ਨੌਲੇਜ ਜਿਨ੍ਹਾਂ ਨੂੰ ਕਹਿੰਦੇ ਆ, ਉਹ ਬਰਸਟ ਆਊਟ ਕਰ ਦਿੰਦੀ ਆ ਸਾਡੇ ਜਿਹੜੇ ਕਰਮ ਹੁੰਦੇ ਹਨ। ਤਾਂ ਫਿਰ ਸਾਨੂੰ ਉਹ ਅਹਿਸਾਸ ਹੁੰਦਾ ਹੈ ਕਿ ਮੈਂ ਸਰੀਰ ਨਹੀਂ ਹੂੰ, ਮੈਂ ਆਤਮਾ ਹੂੰ। ਜਦ ਸਾਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਮੈਂ ਆਮ ਅ ਸੋਲ not a body, my real identity is soul, then you realize the real form of yourself। ਉਸ ਦਿਨ ਸਾਨੂੰ ਅਹਿਸਾਸ ਹੋਵੇਗਾ ਕਿ ਸਾਡੀ ਸੱਚੀ ਹਸਤੀ ਕਿਹੜੀ ਹੈ। ਲੇਕਿਨ ਸ਼ੁਰੂਆਤ ਸਰੀਰ ਤੋਂ ਹੋਵੇਗੀ ਕਿਉਂਕਿ ਭਜਨ ਸਿਮਰਨ ਸਰੀਰ ਦੇ ਦੁਆਰਾ ਕਰਨਾ ਹੈ ਤੇ ਆਤਮਾ ਨੇ ਕਰਨਾ ਹੈ। ਸਾਧਨ ਇਹ ਸਰੀਰ ਹੈ। A body is a medium to get the God, not the final destination। ਭਜਨ ਸਿਮਰਨ is given to the soul ਕਿ ਜਿਹੜਾ ਭਜਨ ਸਿਮਰਨ ਹੈ ਉਹ ਆਤਮਾ ਦੇ ਲਈ ਦਿੱਤਾ ਗਿਆ ਹੈ, ਲੇਕਿਨ ਇਹਦਾ ਜਿਹੜਾ ਮੀਡੀਅਮ ਹੈ, ਜਿਹੜਾ ਟ੍ਰਾਂਜਿਸਟਰ ਹੈ, ਉਹ ਬਾਡੀ ਹੈ, ਹੋਵੇਗਾ ਸਰੀਰ ਦੇ ਜ਼ਰੀਏ। ਤਾਂ ਉਹੀ ਸਾਨੂੰ ਸਮਝਾ ਰਹੇ ਹਨ ਕਿ ਮੇਰੇ ਸਤਿਗੁਰ ਨੇ ਮੈਨੂੰ ਉਸ ਨਾਮ ਦਾ ਜਿਹੜਾ ਸਹਾਰਾ ਮੈਨੂੰ ਦਿੱਤਾ, ਉਸ ਦੇ ਜ਼ਰੀਏ ਅੱਜ ਮੈਨੂੰ ਇਹ ਸਾਧਨ ਮਿਲਿਆ ਹੈ ਕਿ ਮੈਂ ਆਪਣੇ ਜਿਹੜੇ ਕਰਮ ਹਨ ਉਹਨਾਂ ਨੂੰ ਜਲਾ ਸਕਦਾ ਹਾਂ। ਮੇਰੇ ਅੰਦਰ ਦੀ ਜਿਹੜੀ ਅਸ਼ੁੱਧੀਆਂ ਹਨ ਉਹ ਵੀ ਜਲ ਜਾਵੇਗੀ। ਜਿਵੇਂ ਆਗ ਦੇ ਵਿੱਚ ਤਪ ਕੇ ਲੋਹਾ ਸ਼ੁੱਧ ਹੋ ਜਾਂਦਾ ਹੈ, ਉਸ ਤਰੀਕੇ ਦੇ ਨਾਲ ਹੀ ਜਦ ਗੁਰੂ ਦੀ ਭਗਤੀ ਆਪਾਂ ਕਰਾਂਗੇ, ਉਸ ਗਿਆਨ ਦੀ ਜਿਹੜੀ ਅਗਨੀ ਹੈ ਉਹ ਆਪਣੇ ਅੰਦਰ ਜਲਾਵਾਂਗੇ ਤਾਂ ਜਿਹੜੇ ਕਰਮਾਂ ਦੇ ਜਿਹੜੇ ਬੰਧਨ ਹੈ ਉਹ ਹਮੇਸ਼ਾ ਹਮੇਸ਼ਾ ਦੇ ਲਈ ਕੱਟ ਜਾਵਾਂਗੇ। ਸਾਡੇ ਅੰਦਰ ਜਿਹੜਾ ਲੋਭ ਭਰਮ ਦਾ ਜਿਹੜਾ ਅੰਧੇਰਾ ਹੈ, ਆਪਾਂ ਹਰ ਵਕਤ ਲਾਲਚ ਦੇ ਵਿੱਚ ਰਹਿੰਦੇ ਆ, ਇਹ ਵੀ ਹਾਸਿਲ ਕਰ ਲੂੰ, ਉਹ ਵੀ ਹਾਸਿਲ ਕਰ ਲੂੰ, ਉਹਦਾ ਵੀ ਲੈ ਲੂੰ, ਉਹ ਵੀ ਮੈਨੂੰ ਮਿਲ ਜਾਵੇ। ਇਹ ਜਿਹੜਾ ਮੈਂ ਔਰ ਮੇਰੀ ਔਰ ਜਿਹੜੀ ਚਾਹਤ ਦੀ ਜਿਹੜੀ ਸਾਡੇ ਅੰਦਰ ਲਾਲਚ ਲੋਭ ਰੂਪੀ ਕੁੱਤਾ ਜਿਹੜਾ ਭੌਂਕ ਰਿਹਾ ਹੈ, ਇਹ ਜਿਹੜਾ ਹੈ ਇਹ ਸ਼ਾਂਤ ਹੋ ਜਾਵੇਗਾ। ਹੋਵੇਗਾ ਕਿਵੇਂ? ਜਦ ਉਹ ਸਤਿਗੁਰ ਦੇ ਸਿਮਰਨ ਦੀ ਜਿਹੜੀ ਜੋਤ ਹੈ, ਜਿਹੜੀ ਫਾਇਰ ਹੈ, ਉਹ ਆਪਣੇ ਅੰਦਰ ਆਪਾਂ ਲਗਾਵਾਂਗੇ। ਜਨਮ ਜਨਮ ਦੇ ਜਿਹੜੇ ਜਾਲ ਹੈ ਉਹ ਹਟ ਜਾਵਾਂਗੇ। ਹੋਵੇਗਾ ਉਸ ਮਾਲਿਕ ਦੇ ਅੰਦਰ। ਸਤਿਗੁਰ ਬੜੇ ਦਇਆਰ, ਜਦ ਸਤਿਗੁਰ ਸਾਡੇ ਉੱਤੇ ਉਹ ਦਇਆ ਕਰਕੇ ਸਾਨੂੰ ਉਸ ਨਾਮ ਨੂੰ ਬਖਸ਼ ਦਿੰਦੇ ਹਨ ਤੇ ਸਾਡੇ ਅੰਦਰ ਉਹ ਜੋਤ ਜਗਾ ਦਿੰਦੇ ਹਨ ਤਾਂ ਸਾਡੇ ਅੰਦਰ ਉਹ ਸਫਾਈ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਕਲੀਨਜ਼ਿੰਗ ਪ੍ਰੋਸੀਜਰ ਜਿਹੜਾ ਹੈ ਉਹ ਸਟਾਰਟ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਅਗਲੀ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਕਾਗਾ ਸੇ ਹੰਸਾ ਕੀਆ, ਜਾਤ ਬਰਨ ਕੁਲ ਖੋਏ। ਕਾਗਾ
बरन कुल खोए, दया दृष्टि से सहज अब पातक टारे धोए। ਹੁਣ ਇਸ ਕੜੀ ਦੇ ਵਿੱਚ ਗਹਿਰਾਈ ਦੇ ਵਿੱਚ ਜਾ ਕੇ ਸਾਡੀ ਤੁਲਨਾ ਕਾਗਾ ਔਰ ਹੰਸਾ ਸੇ ਕਰ ਦਿੱਤੀ। ਦੇਖੋ ਦੁਨੀਆ ਦੇ ਵਿੱਚ ਜਿਹੜਾ ਕਾਗਾ ਹੈ, ਜਿਹੜਾ ਨੂੰ ਆਪਾਂ ਕੋਆ ਕਹਿੰਦੇ ਹਨ, ਇੰਗਲਿਸ਼ ਦੇ ਵਿੱਚ ਆਪਾਂ ਉਹਨਾਂ ਨੂੰ ਕ੍ਰੋ ਕਹਿੰਦੇ ਹਨ, ਉਹ ਜਿਹੜਾ ਕਾਲੇ ਰੰਗ ਦਾ ਹੁੰਦਾ ਹੈ, ਉਹਨੂੰ ਡਿਪਿਕਟ ਕੀਤਾ ਗਿਆ ਹੈ ਬੁਰਾਈ ਦੋਸ਼, ਜਿਹੜੀ ਸੰਸਾਰ ਦੀ ਜਿਹੜੀ ਗੰਦਗੀ ਹੈ, ਵਿਸ਼ੇ ਭੋਗ ਹੈ, ਉਹਦੇ ਨਾਲ ਜਿਹੜਾ ਕੋਆ ਹੈ ਉਹਨਾਂ ਨੂੰ ਰਿਲੇਟ ਕੀਤਾ ਗਿਆ ਹੈ। ਤੇ ਹੰਸ ਕਿਹਨੂੰ ਕਿਹਾ ਗਿਆ ਹੈ? ਹੰਸ ਵਰਤੀ ਕਹਿੰਦੇ ਆ ਜਿਹੜਾ ਨੀਰ ਸ਼ੀਰ ਵਿਵੇਕ ਰੱਖਤਾ ਹੈ, ਜਿਹੜਾ ਸ਼ੁੱਧ ਰਹਿੰਦਾ ਹੈ, ਜੋ दूध और पानी को अलग करना जानता है, ਜਿਹੜਾ ਹਮੇਸ਼ਾ ਉਹ ਸ਼ੁੱਧ ਸ਼ਵੇਤ ਤਰੀਕੇ ਦੇ ਨਾਲ ਰਹਿੰਦਾ ਹੈ, ਉਸ ਨੂੰ ਹੰਸਾ ਕਿਹਾ ਗਿਆ ਹੈ। ਕਾਗਾ ਸੇ ਹੰਸਾ ਕੀਆ, ਜਾਤੀ ਬਰਨ ਕੁਲ खोए, दया दृष्टि से सहज सब पातक ਢਾਰੇ ਧੋਏ। ਕਿੰਨੀ ਗਹਿਰਾਈ ਦੇ ਵਿੱਚ ਜਾ ਕੇ ਸਾਨੂੰ ਸਮਝਾ ਰਹੇ ਹਾਂ ਕਿ ਉਹ ਸਤਿਗੁਰ ਸਾਨੂੰ ਇੱਥੇ ਤਾਰਨ ਵਾਸਤੇ ਆਉਂਦਾ ਹੈ। ਉਹ ਕਿਸੇ ਪਹੁੰਚੇ ਹੋਏ ਨੂੰ ਤਾਰਨ ਵਾਸਤੇ ਨਹੀਂ ਆਉਂਦਾ, ਕਿਉਂਕਿ ਜੇ ਪਹੁੰਚਾ ਹੁਆ ਹੋਵੇਗਾ ਦੁਨੀਆ ਦੇ ਵਿੱਚ ਹੋ ਹੀ ਨਹੀਂ ਸਕਦਾ। ਜਾਂ ਤਾਂ ਉਹ ਸਤਿਗੁਰ ਬਣ ਕੇ ਆਵੇਗਾ ਜਾਂ ਫਿਰ ਕੋਈ ਸੰਤ ਬਣ ਕੇ ਆਵੇਗਾ। ਲੇਕਿਨ ਜੇ ਆਤਮਾ ਨੂੰ ਕੋਈ ਕੱਢਣ ਆਇਆ ਹੈ ਤਾਂ ਆਤਮਾ ਦੇ ਵਿੱਚ ਬੁਰਾਈਆਂ ਹਨ, ਤਾਂ ਕਰਕੇ ਸਤਿਗੁਰ ਨੂੰ ਲੋੜ ਪੈਂਦੀ ਹੈ ਸਾਨੂੰ ਇੱਥੇ ਤੋਂ ਕੱਢਣ ਵਾਸਤੇ। ਗੰਦਗੀ ਕਿਹੜੀ ਹੈ ਸਾਡੀ ਜ਼ਿੰਦਗੀ ਦੇ ਵਿੱਚ? ਜਿੰਨੀ ਗੰਦਗੀ ਆਪਾਂ ਲਾਈ ਬੈਠੇ ਆ, ਇੰਨੇ ਜਾਨਵਰ ਵੀ ਲਾਈ ਨਹੀਂ ਬੈਠੇ। ਸਿਰਫ ਇੱਥੇ ਫਿਜ਼ੀਕਲ ਗੰਦਗੀ ਦੀ ਬਾਤ ਨਹੀਂ ਹੋ ਰਹੀ ਕਿ ਆਪਾਂ ਨੇ ਨਹਾ ਲਿੱਤਾ, ਧੋ ਲਿੱਤਾ, ਚੰਗੇ ਚੰਗੇ ਸੈਂਟ ਲਗਾ ਲਿੱਤੇ, बाल बना लेते, चंगे चंगे बूट पा लेते, तो आप सोचे कि भाई आप साफ हो गए। ये साडी परम है। आउटर अपीयरेंस इज नॉट द वे ऑफ क्लीनलीनेस, देयर इज समथिंग इनसाइड एज वेल। आप सोचते हैं भार दे जरिए कि आप भार चंगे दिख जाइए तो अंदर भी चंगे हैं, नहीं भरावा। भार दा साफ होना भार दी दुनिया दे लिए ठीक है, लेकिन अंदर दा साफ होना उस एक मालिक, उस अकाल पुरख दे लिए ਸਾਡੇ ਜਿਹੜੇ ਦਰਵਾਜ਼ੇ ਹੈ ਉਹ ਖੋਲ ਦਿੰਦਾ ਹੈ। ਸਤਿਗੁਰ ਇੱਥੇ ਸਾਡੀ ਸ਼ਕਲ ਬਦਲਣ ਨਹੀਂ ਆਤੇ, ਉਹ ਸਾਡੇ ਧਰਮ ਬਦਲਣ ਨਹੀਂ ਆਉਂਦੇ, ਉਹ ਸਾਨੂੰ ਕਿਸੇ ਪਾਖੰਡ ਦੇ ਵਿੱਚ ਫਸਾਉਣ ਵਾਸਤੇ ਨਹੀਂ ਆਉਂਦੇ, ਉਹ ਸਾਡਾ ਇੱਥੇ ਸੁਭਾਅ ਬਦਲਣ ਵਾਸਤੇ ਆਉਂਦੇ ਹਨ। ਸਾਡੀ ਜਿਹੜੀ ਸੋਚ ਹੈ ਉਸ ਨੂੰ ਬਦਲਣ ਆਉਂਦੇ ਹਨ, ਸਾਡੀ ਜਿਹੜੀ ਗੰਦਗੀ ਹੈ ਉਸ ਨੂੰ ਸਾਫ਼ ਕਰਨ ਆਉਂਦੇ ਹਨ। ਉਹ ਸਾਡੀ ਦ੍ਰਿਸ਼ਟੀ ਨੂੰ, ਸਾਡੀ ਨਿਗਾਹ ਨੂੰ ਇਹੋ ਜਿਹਾ ਬਣਾ ਦਿੰਦੇ ਹਨ ਕਿ ਆਪਾਂ ਸੰਸਾਰ ਦੀ ਗੰਦਗੀ ਦੀ ਜਗ੍ਹਾ ਉਸ ਪਰਮਾਤਮਾ ਦੇ ਜਿਹੜੀ ਨਜ਼ਰ ਹੈ ਉਹ ਮੋਤੀ ਨਜ਼ਰ ਆਣੇ ਸ਼ੁਰੂ ਸਾਨੂੰ ਹੋ ਜਾਂਦੇ ਹਨ। ਸਾਨੂੰ ਤਾਂ ਇਨਸਾਨ ਦੇ ਵਿੱਚ ਇਨਸਾਨ ਤੋਂ ਪਰੇ ਉਹ ਪਰਮਾਤਮਾ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਹੈ। ਸਤਸੰਗ ਦੇ ਵਿੱਚ ਬਹਿਣਾ ਜਿਹੜਾ ਸ਼ਬਦ ਗਾਉਂਦੀ ਹੈ, ਗੂੜੇ ਰੰਗ ਦੇ ਵਿੱਚ ਰੰਗ ਦਿਓ ਜੀ, ਮੈਲੀਆਂ ਨੇ ਸਾਡੀਆਂ ਰੂਹਾਂ। ਕਿ ਗੁਰੂ ਜੀ ਸਾਡੀ ਜਿਹੜੀ ਰੂਹ ਹੈ ਉਸ ਨੂੰ ਉਸ ਨਾਮ ਦੇ ਗੂੜੇ ਰੰਗ ਦੇ ਵਿੱਚ ਰੰਗ ਦਿਓ, ਜਿਸ ਤੋਂ ਸਾਡੀ ਜਿਹੜੀ ਆਤਮਾ ਹੈ ਉਹ ਸਾਫ਼ ਹੋ ਜਾਵੇ, ਸਾਡਾ ਮਨ ਸਾਫ਼ ਹੋ ਜਾਵੇ। ਮੈਲੀਆਂ ਨੇ ਸਾਡੀਆਂ ਰੂਹਾਂ। ਦੇਖੋ ਬਾਬਾ ਜੀ ਅਕਸਰ ਸਤਸੰਗ ਦੇ ਵਿੱਚ ਫਰਮਾਉਂਦੇ ਆ ਧੋਬੀ ਤੇ ਲਲਾਰੀ ਦਾ ਜਿਹੜਾ ਐਗਜ਼ਾਮਪਲ ਹੈ। ਦੇਖੋ ਕੋਈ ਕੱਪੜਾ ਗੰਦਾ ਹੋ ਜਾਂਦਾ ਹੈ, ਆਪਾਂ ਉਹਨਾਂ ਨੂੰ ਧੋਬੀ ਕੋਲ ਲੈ ਜਾਂਦੇ ਆ, ਦਾਗ ਗਹਿਰਾ ਹੁੰਦਾ ਹੈ, ਧੋਬੀ ਕਹਿੰਦਾ ਹੈ ਮੇਰੇ ਤੋਂ ਸਾਫ਼ ਨਹੀਂ ਹੁੰਦਾ, ਧੋਬੀ ਮਿਹਨਤ ਕਰਦਾ ਹੈ, ਕੋਸ਼ਿਸ਼ ਕਰਦਾ ਹੈ, ਨਹੀਂ ਸਾਫ਼ ਹੁੰਦਾ। ਫਿਰ ਧੋਬੀ ਕੀ ਕਹਿੰਦਾ ਹੈ ਕਿ ਤੁਸੀਂ ਇਹਨਾਂ ਨੂੰ ਲਲਾਰੀ ਕੋਲ ਲੈ ਜਾਓ। ਲਲਾਰੀ ਕੀ ਕਰਦਾ ਹੈ? ਲਲਾਰੀ ਉਹਨੂੰ ਕਿਸੇ ਗੂੜੇ ਰੰਗ ਦੇ ਵਿੱਚ ਰੰਗ ਦਿੰਦਾ ਹੈ, ਜਿਸ ਤੋਂ ਉਹ ਜਿਹੜੀ ਗੰਦਗੀ ਹੈ ਉਹ ਦਿਖਾਈ ਨਹੀਂ ਦਿੰਦੀ ਤੇ ਕੱਪੜਾ ਨਵਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ। ਉਸੇ ਤਰੀਕੇ ਦੇ ਨਾਲ ਇਹ ਸ਼ਬਦ ਹੈ, ਗੂੜੇ ਰੰਗ ਦੇ ਵਿੱਚ ਰੰਗ ਦਿਓ ਜੀ, ਮੈਲੀਆਂ ਨੇ ਸਾਡੀਆਂ ਰੂਹਾਂ। ਤਾਂ ਗੁਰੂ ਕੀ ਕਰਦਾ ਹੈ? ਇਨਸਾਨ ਤਾਂ ਮੈਲ ਜਿਹੜੀ ਹੈ ਸਾਫ਼ ਨਹੀਂ ਹੋਣ ਲੱਗੀ। ਗੁਰੂ ਉਹ ਜਿਹੜਾ ਨਾਮ ਦਾ ਜਿਹੜਾ ਸਾਬਣ ਹੈ ਉਹ ਸਾਨੂੰ ਦੇ ਦਿੰਦਾ ਹੈ। ਜਦ ਆਪਾਂ ਰੋਜ਼ ਉਸ ਦਾ ਸਿਮਰਨ ਕਰਦੇ ਹਾਂ, ਉਸ ਦਾ ਸਿਮਰਨ ਕਰਦੇ ਹਾਂ, ਉਹ ਜਿਹੜੀ ਚੜਾਈ ਸਾਡੀ ਹੁੰਦੀ ਹੈ, ਜਿਹੜਾ ਮਨ ਹੈ ਇਹਦੇ ਵਿੱਚ ਜਿਹੜਾ ਨਾਮ ਦਾ ਰੰਗ ਹੈ ਉਹ ਚੜਨਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੀ ਉਹ ਗੰਦਗੀ ਹੈ ਉਹ ਦਿਖਾਈ ਨਹੀਂ ਦਿੰਦੀ ਤੇ ਆਪਾਂ ਉਹ ਗੁਰੂ ਵਾਲੇ ਬਣ ਜਾਂਦੇ ਹਨ ਤੇ ਸਾਡੀ ਜਿਹੜੀ ਚੜਾਈ ਹੈ
ਉਹ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਸਾਨੂੰ ਸਮਝਾ ਰਹੇ ਹਨ ਕਾਗਾ ਸੇ ਹੰਸਾ ਕੀਆ, ਕਿ ਉਹ ਜਿਹੜੀ ਗੰਦਗੀ ਥੀ, ਉਹ ਜਿਹੜੇ ਵਿਸ਼ੇ ਭੋਗ ਸੀਗੇ, ਉਹ ਉਸ ਪਰਮਾਤਮਾ ਨੇ ਹਟਾ ਦਿੱਤੇ ਤੇ ਸਾਡੀ ਜਿਹੜੀ ਹਸਤੀ ਹੈ ਉਹ ਕਾਗਾ ਤੋਂ ਹੰਸ ਵਰਗੀ ਕਰ ਦਿੱਤੀ। ਹੁਣ ਆਪਾਂ ਦੇ ਵਿੱਚ ਕੀ ਹੋ ਗਿਆ? ਸਾਡਾ ਮਨ ਹੌਲਾ ਹੋ ਗਿਆ, ਆਪਾਂ ਗੰਦੇ ਵਿਕਾਰਾਂ ਦੇ ਵਿੱਚ ਹਟ ਗਏ। ਕੋਈ ਜੇ ਆਪਾਂ ਭੋਗ ਲੈਂਦੇ ਸੀ ਉਹ ਆਪਾਂ ਪਿੱਛੇ ਹਟ ਗਏ, ਆਪਾਂ ਚੰਗੇ ਰਾਸਤੇ ਤੇ ਉੱਤੇ ਚੱਲਣਾ ਸ਼ੁਰੂ ਕਰ ਦਿਆ, ਆਪਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਆਪਾਂ ਨੇ ਭਜਨ ਗਾਣੇ ਸ਼ੁਰੂ ਕਰ ਦਿੱਤੇ, ਆਪਾਂ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ, ਆਪਾਂ ਨੇ ਲੋਕਾਂ ਤੋਂ ਲੜਾਈ ਝਗੜਾ ਕਰਨਾ ਬੰਦ ਕਰ ਦਿੱਤਾ, ਆਪਾਂ ਤਾਂ ਪਿਆਰ ਵਾਲੇ ਬਣ ਗਏ, ਆਪਾਂ ਤਾਂ ਪਿਆਰ ਹੀ ਬਣ ਗਏ। ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਕਿ ਉਸ ਦੀ ਮਹਿਮਾ ਗਾਉਂਦੇ ਗਾਉਂਦੇ ਮੈਂ ਤਾਂ ਉਹੀ ਬਣ ਗਈ ਜਿਹਦੀ ਮੈਂ ਮਹਿਮਾ ਗਾ ਰਹੀ ਸੀ। ਹੁਣ ਅੱਗੇ ਕਹਿ ਰਹੇ ਹਨ ਦਇਆ ਦ੍ਰਿਸ਼ਟੀ ਸਹਿਜ ਅਬ ਪਾਤਕ ਢਾਰੇ ਧੋਏ, ਕਿ ਸਾਨੂੰ ਫਿਰ ਉਹ ਪਰਮਾਤਮਾ ਉਹ ਦ੍ਰਿਸ਼ਟੀ ਬਖਸ਼ ਦਿੰਦੇ ਹਨ ਕਿ ਫਿਰ ਆਪਾਂ ਹਰ ਚੀਜ਼ ਨੂੰ ਉਸ ਪਰਮਾਰਥ ਦੀ ਮੰਨ ਕੇ ਕਰਨਾ ਸ਼ੁਰੂ ਕਰ ਦਿੰਦੇ ਹਨ। ਫਿਰ ਜਾਤੀ ਬਰਨ ਕੁਲ ਖੋਏ, ਕਿ ਇਹ ਜਿਹੜਾ ਆਪਾਂ ਆਪਣੀ ਪਹਿਚਾਨ ਸਾਹਮਣੇ ਰੱਖਦੇ ਹਨ ਕਿ ਭਾਈ ਮੈਂ ਇਸ ਜਾਤੀ ਦਾ ਹਾਂ, ਮੈਂ ਇਸ ਰੁਤਬੇ ਦਾ ਹਾਂ, ਮੈਂ ਇਸ ਮਹਿਲ ਦਾ ਰਾਜਾ ਹਨ, ਮੇਰੇ ਜਿਹੜੇ ਡਿਸੈਂਡੈਂਟ ਹਨ ਉਹ ਇਹ ਸੀਗੇ, ਮੇਰੇ ਜਿਹੜੇ ਪੂਰਵਜ ਸੀਗੇ ਉਹ ਰਾਜੇ ਮਹਾਰਾਜੇ ਸੀ, ਮੇਰੀ ਵੱਡੀ ਜਾਤ ਹੈ, ਮੇਰਾ ਵੱਡਾ ਕੁਲ ਹੈ। ਫਿਰ ਜਦ ਆਪਾਂ ਉਸ ਸੱਚ ਦੀ ਪਹਿਚਾਨ ਕਰਨਾ ਸ਼ੁਰੂ ਕਰ ਦਿੰਦੇ ਹਨ, ਜਦ ਆਪਾਂ ਹੰਸ ਬਣ ਜਾਂਦੇ ਹਨ, ਤਾਂ ਸਾਡੀ ਜਿਹੜੀ ਹਸਤੀ ਹੈ ਉਹ ਆਤਮਾ ਬਣ ਜਾਂਦੀ ਹੈ। ਫਿਰ ਸਾਨੂੰ ਸਮਝ ਆਉਂਦਾ ਹੈ ਕਿ ਇਹ ਜਿਹੜੇ ਟਾਈਟਲ ਹਨ ਇਹ ਤਾਂ ਭਾਈ ਸਰੀਰ ਦੇ ਨਾਲ ਹਨ, ਆਪਾਂ ਤਾਂ ਨੀਵੇਂ ਬਣ ਕੇ ਰਹਿਣਾ ਹੈ, ਆਪਾਂ ਤਾਂ ਉਸ ਨੀਵਿਆਂ ਦੀ ਤਰਫ ਚੱਲਣਾ ਹੈ। ਸਾਡਾ ਮਨ ਨੀਚਾ ਕਰਨਾ ਸ਼ੁਰੂ ਹੋ ਜਾਂਦਾ ਹੈ ਤੇ ਸਾਨੂੰ ਉਹ ਅਹਿਸਾਸ ਹੁੰਦਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ, ਕੁਝ ਵੀ ਨਹੀਂ, ਮੇਰੀ ਕੋਈ ਹਸਤੀ ਨਹੀਂ। ਫਿਰ ਉਹ ਜਿਹੜੇ ਭਰਮ ਹਨ ਇਹ ਜਾਤੀ ਦੇ, ਕੁਲ ਦੇ, ਉਹ ਮਾਲਕ ਧੋ ਦਿੰਦਾ ਹੈ, ਸਾਨੂੰ ਆਪਣੀ ਪਹਿਚਾਣ ਹੋ ਜਾਂਦੀ ਹੈ। ਹੁਣ ਅਗਲੀ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਅਗਿਆਨੀ ਪਟਕਤ ਫਿਰੈ, ਜਾਤ ਬਰਨ ਅਭਿਮਾਨ, ਸਤਿਗੁਰੂ ਸ਼ਬਦ ਸੁਣਾਇਆ, ਭਨਕ ਪੜੀ ਮੇਰੇ ਕਾਨ। ਹੁਣ ਇਸ ਸ਼ਬਦ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ ਕਿ ਗੁਰੂ ਨੇ ਮਿਹਰ ਕੀਤੀ, ਮੈਨੂੰ ਇਸ ਜੰਜਾਲ ਤੋਂ ਕੱਢ ਕੇ ਇੱਕ ਹੰਸ ਬਣਾਇਆ। ਹੁਣ ਮੇਰੀ ਆਤਮਾ ਜਿਹੜੀ ਹੈ ਉਹ ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਗਈ ਹੈ। ਜਿਹੜਾ ਮੈਨੂੰ ਪਹਿਲਾ ਅਹੰਕਾਰ ਸੀ ਜਾਤੀ ਕੁਲ ਜਾਂ ਊਚ ਨੀਚ का, ਉਹ ਨਹੀਂ ਰਹਾ, ਕਿਉਂਕਿ ਗੁਰੂ ਨੇ ਮੈਨੂੰ ਆਪਣੀ ਆਤਮਾ ਦੇ ਦਰਸ਼ਨ ਕਰਾ ਦਿੱਤੇ। ਹੁਣ ਇਸ ਕੜੀ ਦੇ ਵਿੱਚ ਦੁਨੀਆ ਦੇ ਉਹ ਅਗਿਆਨੀ ਲੋਕਾਂ ਦੀ ਗੱਲ ਕਰ ਰਹੇ ਹਨ ਕਿ ਦੇਖੋ ਦੁਨੀਆ ਦੇ ਵਿੱਚ ਲੋਕੀ ਆਪਣੀ ਭਾਰੀ ਜਿਹੜੀ ਪਹਿਚਾਨ ਹੈ, ਆਪਣਾ ਨਾਮ ਪਦ ਪ੍ਰਤਿਸ਼ਠਾ ਦੇ ਪਿੱਛੇ ਭਟਕ ਰਹੇ ਹਨ। ਤੁਸੀਂ ਦੇਖੋ ਆਪਣੇ ਆਲੇ ਦੁਆਲੇ, ਤੁਸੀਂ ਦੇਖੋ ਕੋਈ ਇਸ ਪੋਜੀਸ਼ਨ ਨੂੰ ਪਾਣਾ ਚਾਹੁੰਦਾ ਹੈ, ਕੋਈ ਉਸ ਪੋਜੀਸ਼ਨ ਨੂੰ ਪਾਣਾ ਚਾਹੁੰਦਾ ਹੈ, ਕੋਈ ਆਪਣੀ ਜਾਤੀ ਲਿਖਾ ਕੇ ਚੱਲਦਾ ਹੈ, ਕੋਈ ਆਪਣੇ ਧਰਮ ਦਾ ਝੰਡਾ ਲੈ ਕੇ ਚੱਲਦਾ ਹੈ ਕਿ ਦੂਜਿਆਂ ਨੂੰ ਨੀਚਾ ਦਿਖਾਇਆ ਜਾ ਸਕੇ, ਕੋਈ ਲੜਾਈ ਕਰਦਾ ਹੈ, ਕੋਈ ਸੋਚਦਾ ਹੈ ਦੂਜਿਆਂ ਨੂੰ ਡਿਗਾ ਕੇ ਮੈਂ ਉੱਚਾ ਬਣ ਜਾਵਾਂ। ਤੁਸੀਂ ਦੇਖੋ ਦੁਨੀਆ ਦੇ ਵਿੱਚ ਜੇ ਸਭ ਤੋਂ ਵੱਡੀ ਲੜਾਈ ਝਗੜਾ ਕਿਸੇ ਦੇ ਲਈ ਹੁੰਦਾ ਹੈ ਉਹ ਜਾਤੀ ਜਾਂ ਧਰਮ ਨੂੰ ਲੈ ਕੇ ਹੁੰਦਾ ਹੈ। ਜਿੱਦੀ ਮਾਰਕਾਟ ਜਾਤੀ ਜਾਂ ਧਰਮ ਨੂੰ ਲੈ ਕੇ ਹੁੰਦੀ ਹੈ, ਸਾਨੂੰ ਨਹੀਂ ਲੱਗਦਾ ਹੋਰ ਕਿਸੇ ਚੀਜ਼ ਦੇ ਵਿੱਚ ਹੁੰਦੀ ਹੋਵੇਗੀ। ਲੇਕਿਨ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਭਾਈ ਇਹ ਸਭ ਜਿਹੜੇ ਇਸ ਦੇ ਪਿੱਛੇ ਭਟਕ ਰਹੇ ਹਨ ਇਹ ਸਾਰੇ ਅਗਿਆਨੀ ਹਨ। ਅਗਿਆਨੀ ਭਟਕਤ ਫਿਰੈ ਜਾਤੀ ਭਰਨ ਅਭਿਮਾਨ, ਕਿ ਜੋ ਅਗਿਆਨੀ ਹੈ ਉਹ ਭਟਕਦਾ ਰਹੂਗਾ, ਜ਼ਿੰਦਗੀ ਭਰ ਇਹਦੇ ਵਿੱਚ ਭਟਕਦਾ ਰਹੂਗਾ, ਹਾਸਿਲ ਕੁਝ ਨਹੀਂ ਹੋਵੇਗਾ। ਸਤਿਗੁਰੂ ਸ਼ਬਦ ਸੁਣਾਇਆ ਭਣਕ ਪੜੀ ਮੇਰੇ ਕਾਨ, ਕਿ ਜਦ ਸਤਿਗੁਰੂ ਆਪਣਾ ਜਿਹੜਾ ਸ਼ਬਦ ਹੈ ਉਹ ਸਾਡੇ ਕੰਨਾਂ ਦੇ ਵਿੱਚ ਬਜਾ ਦਿੰਦੇ ਹਨ, ਉਹ ਜਿਹੜੀ ਅਸਲੀ ਸ਼ਾਂਤੀ ਹੈ ਜਦ ਸਾਨੂੰ ਮਿਲਦੀ ਹੈ।
ਜਦੋਂ ਸਤਿਗੁਰ ਆਪਣਾ ਨਾਮ ਉਪਦੇਸ਼ ਸਾਡੇ ਸਾਹਮਣੇ ਰੱਖ ਦਿੰਦੇ ਹਨ, ਜਦ ਉਹ ਸ਼ਬਦ ਸਾਨੂੰ ਸੁਣਾਈ ਦਿੰਦਾ ਹੈ, ਸਾਡੇ ਹਿਰਦੇ ਦੇ ਵਿੱਚ, ਸਾਡੇ ਦਿਲ ਦੇ ਵਿੱਚ ਉਤਰ ਜਾਂਦਾ ਹੈ, ਫਿਰ ਸਾਨੂੰ ਭਨਕ ਪੈਂਦੀ ਹੈ ਕਿ ਭਾਈ ਇਹ ਜਿਹੜਾ ਸਭ ਕੁਝ ਹੈ, ਇਹ ਜਾਤੀ, ਕੁਲ, ਨਾਮ, ਪਦ, ਪ੍ਰਤਿਸ਼ਠਾ, ਇਹ ਤਾਂ ਸਭ ਇੱਕ ਭਰਮ ਹੈ, ਇਹ ਤਾਂ ਸਭ ਇੱਕ ਝੂਠ ਹੈ। ਸਭ ਕੁਝ ਜਿਹੜਾ ਸੱਚ ਹੈ ਉਹ ਤਾਂ ਪਰਮਾਤਮਾ ਹੈ, ਉਹ ਸੱਚਾ ਹੈ, ਸਭ ਕੁਝ ਝੂਠ ਹੈ। ਜਦ ਸਾਨੂੰ ਇਹ ਅਰਥ ਸਮਝ ਆ ਜਾਂਦਾ ਹੈ, ਫਿਰ ਆਪਾਂ ਉਸ ਗਿਆਨ ਦਾ ਸਹਾਰਾ ਲੈ ਕੇ ਆਪਣੇ ਅੰਦਰ ਤੁਰਦੇ ਹਨ। ਉੱਥੇ ਸਾਰਾ ਜਿਹੜਾ ਅੰਧੇਰਾ ਹੈ ਉਹ ਮਿਟ ਜਾਂਦਾ ਹੈ, ਉੱਥੇ ਉਸ ਪਰਮਾਤਮਾ ਦੀ ਜਿਹੜੀ ਜੋਤ ਹੈ ਉਹ ਜਗ ਜਾਂਦੀ ਹੈ। ਉਸ ਗਹਿਰਾਈ ਦੇ ਵਿੱਚ ਸਾਨੂੰ ਲੈ ਕੇ ਜਾ ਰਹੇ ਹਨ। ਭਨਕ ਪੜੀ ਮੇਰੇ ਕਾਨ, ਇਹ ਭਨਕ ਬਹੁਤ ਕੀਮਤੀ ਹੈ, ਇਹਦੀ ਕੋਈ ਵੈਲਿਊ ਨਹੀਂ ਹੈ। ਅਧਿਆਤਮ ਦੇ ਵਿੱਚ ਗੁਰੂ ਦਾ ਜਿਹੜਾ ਸ਼ਬਦ ਹੈ ਉਹਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ, ਉਹਦਾ ਕੋਈ ਐਲੈਬੋਰੇਸ਼ਨ ਨਹੀਂ ਕੀਤਾ ਜਾ ਸਕਦਾ। ਇਹ ਤਾਂ ਉਹ ਬੀਜ ਹੈ, ਜਦ ਗੁਰੂ ਸਾਡੇ ਹਿਰਦੇ ਦੇ ਵਿੱਚ ਉਤਾਰ ਦਿੰਦਾ ਹੈ ਤਾਂ ਇਹ ਫਲ ਫੂਲ ਕੇ ਸਾਨੂੰ ਪਰਮਾਤਮਾ ਹੀ ਬਣਾ ਦਿੰਦਾ ਹੈ। ਲੇਕਿਨ ਆਪਾਂ ਜੇ ਅੱਜ ਵੀ ਉਹ ਅਗਿਆਨੀ ਬਣੇ ਬੈਠੇ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਹਨ, ਜਾਤੀ ਦੀ, ਪਾਤੀ ਦੀ, ਧਰਮ ਦੀ ਜਿਹੜੀ ਬੇੜੀਆਂ ਹਨ, ਇਹਦੇ ਵਿੱਚ ਫਸੇ ਹੋਏ ਹਨ, ਤਾਂ ਭਾਈ ਫਿਰ ਆਪਾਂ ਭਟਕਦੇ ਰਹਿਣਗੇ। ਆਪਾਂ ਨੇ ਪੂਰੀ ਜ਼ਿੰਦਗੀ ਕਦੇ ਸਾਨੂੰ ਸ਼ਾਂਤੀ ਨਹੀਂ ਮਿਲ ਸਕਦੀ। ਇਹ ਜਿਹੜਾ ਸ਼ਬਦ ਹੈ ਇਹ ਸਾਡੇ ਲਈ ਉਹ ਚੋਟ ਦੀ ਤਰ੍ਹਾਂ ਕੰਮ ਕਰ ਰਿਹਾ ਹੈ, ਜਿਵੇਂ ਕੋਈ ਸੁੱਤੇ ਹੋਏ ਵਿਅਕਤੀ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਹੈ। ਜੇ ਆਪਾਂ ਹੁਣ ਵੀ ਨਾ ਜਾਗੇ ਤਾਂ ਭਾਈ ਫਿਰ ਪੂਰੀ ਜ਼ਿੰਦਗੀ ਸੋਤੇ ਰਹਿਣਗੇ, ਤੇ ਫਿਰ ਜਿਹੜਾ 84 ਦਾ ਜਿਹੜਾ ਜੇਲ੍ਹ ਖਾਨਾ ਹੈ ਇਹਦੇ ਵਿੱਚ ਸਾਡਾ ਜਿਹੜਾ ਆਣਾ ਜਾਣਾ ਹੈ ਉਹ ਚੱਲਦਾ ਰਹੂਗਾ। ਸਤਿਗੁਰ ਨੇ ਦਇਆ ਕਰਕੇ ਸਾਡੇ ਕੰਨਾਂ ਦੇ ਵਿੱਚ ਇਹ ਜਿਹੜੀ ਭਨਕ ਹੈ ਉਹ ਸਾਨੂੰ ਦੇ ਦਿੱਤੀ ਹੈ, ਸਾਨੂੰ ਜਿਹੜਾ ਅਹਿਸਾਸ ਹੈ ਉਹ ਸੱਚ ਦਾ ਕਰਾ ਦਿੱਤਾ ਹੈ। ਸਭ ਤੋਂ ਉੱਚੀ ਜਾਤ ਕਿਸ ਦੀ ਹੈ? ਸਭ ਤੋਂ ਉੱਚੀ ਜਾਤ ਉਸ ਦੀ ਹੈ ਜਿਹੜਾ ਰੋਜ਼ ਉਸ ਪਰਮਾਤਮਾ ਨੂੰ ਧਿਆਉਂਦਾ ਹੈ। ਸਭ ਤੋਂ ਉੱਚਾ ਕੁਲ ਕਿਸ ਦਾ ਹੈ? ਜਿਹੜਾ ਹਰ ਵਿਅਕਤੀ ਨੂੰ ਆਪਣਾ ਮੰਨ ਕੇ ਚੱਲਦਾ ਹੈ, ਉਸ ਪਰਮਾਤਮਾ ਦਾ ਮੰਨ ਕੇ ਚੱਲਦਾ ਹੈ। ਸਭ ਤੋਂ ਵੱਡਾ ਧਰਮ ਕਿਹੜਾ ਹੈ? ਜਿਹੜਾ ਸਾਰਿਆਂ ਨੂੰ ਇੱਕੋ ਨਜ਼ਰ ਦੇ ਨਾਲ ਦੇਖਦਾ ਹੈ ਤੇ ਸਾਰਿਆਂ ਨੂੰ ਪਿਆਰ ਕਰਦਾ ਹੈ। ਸ਼ਬਦ ਦੀ ਸ਼ੁਰੂਆਤ ਹੀ ਇਹੀ ਕਹਿੰਦੀ ਹੈ ਕਿ ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ ਤਾਂ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਪ੍ਰੇਮ ਕਰੇਗਾ ਉਸ ਨੂੰ ਹੀ ਉਹ ਪਰਮਾਤਮਾ ਮਿਲੂਗਾ। ਨਹੀਂ ਤਾਂ ਭਾਈ ਭਟਕਦੇ ਰਹੋ। ਦੁਨੀਆ ਵੀ ਭਟਕ ਰਹੀ ਹੈ, ਤੁਸੀਂ ਵੀ ਲਾਈਨ ਦੇ ਵਿੱਚ ਲੱਗ ਜਾਓ ਤੇ ਭਟਕਦੇ ਰਹੋ। ਲੇਕਿਨ ਜੇ ਸਤਿਗੁਰ ਨੇ ਮਿਹਰ ਕੀਤੀ ਹੈ, ਸਾਨੂੰ ਔਰਾਂ ਤੋਂ ਅਲੱਗ ਕੱਢ ਕੇ ਸਤਸੰਗ ਦੇ ਵੱਲ ਜੋੜਿਆ ਹੈ, ਸਾਨੂੰ ਉਸ ਜੰਜਾਲ ਦੇ ਵਿੱਚ ਕੱਢਿਆ ਹੈ, ਤੇ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਆਪਾਂ ਨੇ ਆਪਣੇ ਆਪ ਨੂੰ ਜਗਾਉਣਾ ਹੈ ਤੇ ਆਪਣੀ ਜਿਹੜੀ ਹਸਤੀ ਹੈ ਉਸ ਇੱਕ ਮਾਲਿਕ ਦੇ ਨਾਲ ਜੋੜਨੀ ਹੈ। ਹੁਣ ਸਾਨੂੰ ਸਮਝਣ ਦੀ ਲੋੜ ਹੈ, ਇਹ ਸਾਡੇ ਲਈ ਅਲਾਰਮਿੰਗ ਸਿਚੁਏਸ਼ਨ ਹੈ। ਹੁਣ ਜਗ ਗਏ ਤਾਂ ਜਗ ਗਏ, ਨਹੀਂ ਤਾਂ ਭਾਈ ਪਤਾ ਨਹੀਂ ਕਿਸ ਵੇਲੇ ਇਸ ਦੁਨੀਆ ਨੂੰ ਛੱਡ ਕੇ ਆਪਾਂ ਨੇ ਚਲੇ ਜਾਣਾ ਹੈ। ਫਿਰ ਭਟਕਦੇ ਰਹਿਣਗੇ, ਫਿਰ ਸਾਨੂੰ ਸਹਾਰਾ ਮਿਲੇ ਜਾਂ ਨਾ ਮਿਲੇ। ਹੁਣ ਅਗਲੀ ਆਖਰੀ ਕੜੀ ਦੇ ਵਿੱਚ ਸਾਨੂੰ ਕੀ ਸਮਝਾ ਰਹੇ ਹਨ, ਧਿਆਨ ਦੇ ਨਾਲ ਸੁਣੋ ਜੀ। ਮਾਇਆ ਮਮਤਾ ਤਜ ਦਈ ਵਿਸ਼ਿਆ ਨਾਹੀ ਸਮਾਏ। ਕਹੈ ਕਬੀਰ ਸੁਨੋ ਭੈ ਸਾਥੋ ਹਦ ਤਜ ਬੇਹਦ ਜਾਏ। ਮੇਰੇ ਸਤਿਗੁਰੂ ਪਕੜੀ ਬਾਹਾ ਨਹੀਂ ਤੋ ਮੈਂ ਬਹਿ ਜਾਤਾ। ਹੁਣ ਆਖਰੀ ਦੇ ਵਿੱਚ, ਆਖਰੀ ਕੜੀ ਦੇ ਵਿੱਚ ਕਬੀਰ ਸਾਹਿਬ ਜੀ ਉਹ ਜਿਹੜਾ ਕਨਕਲੂਡਡ ਉਪਦੇਸ਼ ਹੈ ਉਹ ਸਾਡੇ ਸਾਹਮਣੇ ਰੱਖ ਰਹੇ ਹਨ। ਆਪ ਜੀ ਨੇ ਸ਼ੁਰੂਆਤ ਕੀਤੀ, ਮਾਇਆ ਮਮਤਾ ਤਜੀ ਦਈ ਵਿਸ਼या ਨਾਹੀ ਸਮਾਏ। ਕਹੇ ਕਬੀਰ ਸੁਨੋ ਭਈ ਸਾਧੋ ਹਦ ਤਜੀ
ਬੇਹੱਦ ਜਾਏ। ਹੁਣ ਕੀ ਸਮਝਾ ਰਹੇ ਹਨ? ਕਹਿ ਰਹੇ ਹਨ ਜਦ ਉਹ ਮੋਹ ਔਰ ਜਿਹੜੀ ਮਾਇਆ ਹੈ ਉਹਦਾ ਤਿਆਗ ਹੋ ਜਾਂਦਾ ਹੈ, ਜਦ ਇਨਸਾਨ ਇਹ ਦੋ ਜਿਹੜੀਆਂ ਚੀਜ਼ਾਂ ਹਨ ਇਹਨੂੰ ਤਿਆਗ ਦਿੰਦਾ ਹੈ, ਤਾਂ ਜਿਹੜਾ ਜੀਵ ਹੈ ਉਹ ਹੱਦ, ਜਿਹੜੀ ਸੀਮਾएं ਹਨ, ਜਿਹੜੀ ਰੈਸਟ੍ਰਿਕਸ਼ਨ ਹਨ ਸੰਸਾਰ ਦੀ, ਉਸ ਤੋਂ ਉੱਪਰ ਚਲਾ ਜਾਂਦਾ ਹੈ, ਉਸ ਬੇਹੱਦ ਦੇ ਕਰੀਬ ਚਲਾ ਜਾਂਦਾ ਹੈ। ਬੇਹੱਦ ਕਿਹਨੂੰ ਕਿਹਾ? ਅਸੀਮ ਪਰਮਾਤਮਾ ਨੂੰ ਕਿਹਾ ਗਿਆ ਹੈ। ਉਸ ਦੇ ਵਿੱਚ ਜਾ ਕੇ ਵਿਲੀਨ ਹੋ ਜਾਂਦਾ ਹੈ। ਦੇਖੋ ਦੁਨੀਆ ਦੇ ਵਿੱਚ ਰੈਸਟ੍ਰਿਕਸ਼ਨਸ ਕਿਹੜੀ ਹੈ? ਇਨਸਾਨ ਫਸਾ ਹੋਇਆ ਹੈ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਮੋਹ ਦੇ ਵਿੱਚ, ਅਹੰਕਾਰ ਦੇ ਵਿੱਚ, ਲੋਭ ਦੇ ਵਿੱਚ। ਜਿਸ ਦਿਨ ਇਹ ਜਿਹੜੇ ਬੰਧਨ ਹੈ ਇਹ ਸਾਡੇ ਕੱਟ ਜਾਣਗੇ ਤਾਂ ਇਹ ਜਿਹੜੀ ਸੀਮਾएं ਹਨ, ਜਿਹੜੀ ਸਾਨੂੰ ਦੁਨੀਆ ਦੇ ਵਿੱਚ ਰੋਕ ਰਹੀ ਹੈ, ਉਹ ਉਸ ਤੋਂ ਉੱਪਰ ਆਪਾਂ ਉੱਠ ਜਾਵਾਂਗੇ। ਆਪਾਂ ਉੱਪਰ ਉੱਠ ਜਾਵਾਂਗੇ ਤਾਂ ਫਿਰ ਉਹ ਜਿਹੜੀ ਹੱਦ ਹੈ ਉਸ ਤੋਂ ਉੱਪਰ ਚਲੇ ਜਾਵਾਂਗੇ, ਤਾਂ ਉਹ ਜਿਹੜਾ ਬੇਹੱਦ ਹੈ, ਜਿਹੜੀ ਕੋਈ ਹੱਦ ਨਹੀਂ, ਉਹ ਪਰਮਾਤਮਾ, ਉਸ ਦੇ ਵਿੱਚ ਜਾ ਕੇ ਵਿਲੀਨ ਹੋ ਜਾਵਾਂਗੇ। ਹੁਣ ਸਾਡੇ ਜੀਵਨ ਦਾ ਅੰਤਿਮ ਲਕਸ਼ ਕੀ ਹੈ? ਉਸ ਅਸੀਮ ਆਨੰਦ ਨੂੰ ਪਾ ਕੇ ਜਿੱਥੇ ਨਾ ਕੋਈ ਦੁੱਖ ਦਾ ਨਿਸ਼ਾਨ ਹੀ ਨਹੀਂ ਹੈ, ਉੱਥੇ ਤਾਂ ਬਸ ਉਸ ਪਰਮਾਤਮਾ ਦੀ ਮਿੱਠੀ ਆਵਾਜ਼ ਤੇ ਸੁੱਖ ਹੀ ਸੁੱਖ ਹੈ, ਉਸ ਦੀ ਬਾਣੀ ਹੈ, ਉਹਦਾ ਪ੍ਰਕਾਸ਼ ਹੈ, ਉਹਦੇ ਵਿੱਚ ਜਾ ਕੇ ਆਪਾਂ ਸਮਾ ਜਾਵਾਂਗੇ। ਉਸ ਦੇ ਵਿੱਚ ਜਾਣਾ ਹੈ ਤਾਂ ਕਿਵੇਂ ਜਾਣਾ ਹੈ? ਇਹ ਜਿਹੜੇ ਬੰਧਨ ਹਨ, ਇਹ ਮਾਇਆ ਮਮਤਾ ਹੈ ਜਿਹੜੀ, ਇਹਨੂੰ ਉੱਪਰ ਜਾ ਕੇ, ਕਿਉਂਕਿ ਇਨਸਾਨ ਦੀ ਜਿਹੜੀ ਹੱਦ ਹੈ ਉਹ ਸੀਮਿਤ ਹੈ। ਸਾਡਾ ਸਰੀਰ, ਸਾਡਾ ਘਰ, ਸਾਡੇ ਵਿਚਾਰ, ਸਾਡੇ ਰਿਸ਼ਤੇ, ਇਹ ਸਾਰੀ ਹੱਦ ਹੀ ਤਾਂ ਹੈ। ਜਿਸ ਦਿਨ ਆਪਾਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਵਾਂਗੇ, ਫਿਰ ਜਾ ਕੇ ਉਹ ਜਿਹੜਾ ਰਸਤਾ ਹੈ ਉਹ ਮਾਲਕ ਦਾ ਸਾਡੇ ਵਾਸਤੇ ਖੁੱਲ ਜਾਵੇਗਾ, ਤੇ ਉਹ ਜਿਹੜਾ ਅਸੀਮ ਹੈ, ਜਿਹੜਾ ਪਰਮਾਤਮਾ ਹੈ, ਜਿਹੜਾ ਸ਼ੂਨਯ ਹੈ, ਜਿਹੜਾ ਮੋਕਸ਼ ਹੈ, ਉਹ ਸਾਨੂੰ ਪ੍ਰਾਪਤ ਹੋ ਜਾਵੇਗਾ। ਕਬੀਰ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ ਕਿ ਜਿਹੜੀ ਗੁਰੂ ਦੀ ਜਿਹੜੀ ਬਾਹ ਹੈ, ਉਹਦਾ ਜਿਹੜਾ ਪਕੜਨੇ ਦਾ ਜਿਹੜਾ ਅੰਤਿਮ ਪਰਿਣਾਮ ਹੈ ਉਹ ਕੀ ਹੈ? ਉਹ ਮਨੁੱਖ ਦੀ ਜਿਹੜੀ ਸੋਚ ਹੈ ਉਸ ਦੇ ਜ਼ਰੀਏ ਹੈ। ਇਨਸਾਨ ਦੇ ਹੱਥ ਦੇ ਵਿੱਚ ਨਹੀਂ ਹੈ ਉਹਦੀ ਬਾਹ ਫੜਨੀ। ਉਹ ਸਾਡਾ ਹੱਥ ਫੜੂਗਾ ਤਾਂ ਭਾਈ ਸਾਡਾ ਕੁਝ ਹੋ ਸਕਦਾ ਹੈ। ਆਪਾਂ ਆਪਣੀ ਈਗੋ ਦੇ ਵਿੱਚ ਆ ਕੇ ਸੋਚਦੇ ਹਾਂ ਕਿ ਮੈਂ ਉਹਨੂੰ ਪਾ ਸਕਦਾ ਹਾਂ, ਨਹੀਂ ਪਾ ਸਕਦਾ। ਉਹ ਭਾਈ ਤੈਨੂੰ ਮਿਲ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ। ਇਨਸਾਨ ਦੇ ਵਿੱਚ ਤਾਕਤ ਨਹੀਂ ਹੈ ਕਿ ਉਹਨੂੰ ਪਾ ਸਕੇ। ਉਹ ਜਿਹੜੀ ਸੁਪਰੀਮ ਕੌਨਸ਼ੀਅਸਨੈਸ ਹੈ ਉਹਦੇ ਵਿੱਚ ਜਦ ਆਪਾਂ ਚਲੇ ਜਾਵਾਂਗੇ, ਆਪਣਾ ਹਸਤੀ ਨੂੰ ਭੁਲਾ ਕੇ ਆਪਾਂ ਜਦ ਉਹ ਬੇਨਾਮ ਬਣ ਜਾਵਾਂਗੇ, ਫਿਰ ਜਾ ਕੇ ਉਸ ਪਰਮਾਤਮਾ ਨੂੰ ਆਪਾਂ ਪਾ ਸਕਾਂਗੇ। ਇੱਥੇ ਉਹ ਕੰਪਲੀਟ ਸਰੈਂਡਰ ਦੀ ਜਿਹੜੀ ਗੱਲ ਹੈ ਉਹ ਗੱਲ ਕਰ ਰਹੇ ਹਾਂ। ਹੁਣ ਸਵਾਲ ਉੱਠਦਾ ਹੈ ਕਿ ਜੀ ਜੇ ਪਰਮਾਤਮਾ ਨੂੰ ਪਾਣਾ ਹੈ, ਇਹ ਜਿਹੜਾ ਸਾਡਾ ਸਰੀਰ ਹੈ, ਇਹ ਜਿਹੜਾ ਸਾਡਾ ਘਰ ਹੈ, ਇਹ ਜਿਹੜੇ ਸਾਡੇ ਰਿਸ਼ਤੇ ਹਨ, ਕਿ ਆਪਾਂ ਇਹਨਾਂ ਨੂੰ ਛੱਡ ਦਈਏ? ਉਹ ਭਰਾਵਾ, ਗੁਰੂ ਜਿਹੜੇ ਹਨ ਉਹ ਸਾਡੇ ਸਾਹਮਣੇ ਸਿੱਧੀ ਗੱਲ ਰੱਖਦੇ ਹਨ, ਲੇਕਿਨ ਆਪਾਂ ਆਪਣੀ ਓਨ ਕਨਵੀਨੀਅੰਸ ਦੇ ਅਕੋਰਡਿੰਗ ਆਪਾਂ ਚੀਜ਼ਾਂ ਨੂੰ ਬਦਲ ਦਿੰਦੇ ਹਨ। ਇਨਸਾਨ ਇਹੀ ਕਰਦਾ ਆਇਆ ਹੈ। ਗੁਰੂ ਨੇ ਕੀ ਸਮਝਾਇਆ, ਆਪਾਂ ਨੇ ਆਪਣੇ ਵੱਲੋਂ ਕੁਝ ਹੋਰ ਸਮਝ ਲਿੱਤਾ। ਦੇਖੋ, ਜੇ ਇਨਸਾਨ ਨੂੰ ਕਿਸੇ ਜ਼ਿੰਮੇਵਾਰੀਆਂ ਦੇ ਵਿੱਚ ਉਸ ਪਰਮਾਤਮਾ ਨੇ ਪਾਇਆ ਹੈ, ਤੇ ਸਾਡੀ ਜ਼ਿੰਮੇਵਾਰੀ ਹੈ ਕਿ ਸਾਨੂੰ ਸਾਰੀਆਂ ਚੀਜ਼ਾਂ ਨੂੰ ਨਿਭਾਉਣਾ ਹੈ। ਉਹ ਜਿਹੜੀ ਕੌਨਸ਼ੀਅਸਨੈਸ ਦੀ ਗੱਲ ਕਰ ਰਹੇ ਹਨ, ਇਸ ਤੋਂ ਉੱਪਰ ਜਾਣ ਦੀ ਜਿਹੜੀ ਗੱਲ ਕਰ ਰਹੇ ਹੋਣ, ਕਿਤੇ ਪਹਾੜਾਂ ਦੇ ਵਿੱਚ ਨਹੀਂ ਜਾਣਾ, ਇਹਨਾਂ ਨੂੰ ਛੱਡ ਕੇ ਨਹੀਂ ਭੱਜ ਜਾਣਾ। ਇਹਦੇ ਵਿੱਚ ਰਹਿੰਦੇ ਹੋਏ ਆਪਣੀ ਜਿਹੜੀ ਹਸਤੀ ਹੈ ਉਹ ਇਹੋ ਜਿਹੀ ਬਣਾਣੀ ਹੈ ਕਿ ਆਪਾਂ ਇਹਨਾਂ ਤੋਂ ਉੱਪਰ ਉੱਠ ਜਾਵੇਂ। ਜਿਹੜਾ ਕਮਲ ਹੈ, ਜੇ ਉਹ ਸੋਚੇ ਕਿ ਜੀ ਕਿਚੜ ਜਿਸ ਦਿਨ ਸਾਫ਼ ਹੋ ਜਾਵੇਗਾ, ਉਸ ਦਿਨ ਮੈਂ ਆਪਣੀ ਜਿਹੜੀ ਪੰਖੁੜੀਆਂ ਹਨ ਉਹਨਾਂ ਨੂੰ ਫੈਲਾਵਾਂਗਾ, ਉਸ ਦਿਨ ਖਿਲਾਂਗਾ, ਤਾਂ ਭਾਈ ਕੀ ਇਹ ਹੁੰਦਾ ਹੈ? ਕਮਲ ਰੋਜ਼ ਆਪਣੇ ਆਪ ਨੂੰ ਖਿਲਾਉਂਦਾ ਹੈ, ਭਾਵੇਂ ਕਿਚੜ ਕਿੰਨਾ ਵੀ ਹੋਵੇ, ਕਿਉਂਕਿ ਉਹਨੂੰ ਪਤਾ ਹੈ ਕਿ ਉਹਦੀ ਜਿਹੜੀ ਹਸਤੀ ਹੈ ਉਹ ਸਭ ਤੋਂ ਚੰਗੀ ਹੈ। ਜਿਹੜੀ ਮਧੂਮੱਖੀ ਹੈ ਉਹ ਸੁੱਕੇ ਫਰਾਂ ਦੇ ਨਾਲ ਫੁੱਲਾਂ ਤੋਂ ਉੱਡ ਜਾਂਦੀ ਹੈ, ਉਹ ਕਦੇ ਨਹੀਂ ਸੋਚਦੀ। ਤਾਂ ਭਾਈ ਆਪਾਂ ਵੀ ਕਿਚੜ ਦੇ ਵਿੱਚ ਫਸੇ ਹੋਏ ਹਾਂ। ਆਪਾਂ ਨੇ ਰੋਜ਼ ਆਪਣੇ ਆਪ ਨੂੰ ਸ਼ੁੱਧ ਤਰੀਕੇ ਦੇ ਨਾਲ ਉਠਾਉਣਾ ਹੈ, ਤੇ ਇਹ ਜਿਹੜੇ ਰਿਸ਼ਤੇ ਨਾਤੇ ਹਨ ਇਹਨਾਂ ਨੂੰ ਵੀ ਨਿਭਾਉਣਾ ਹੈ, ਲੇਕਿਨ ਬੈਲੈਂਸ ਅਪਰੋਚ ਦੇ ਨਾਲ। ਇਹਨਾਂ ਨੂੰ ਛੱਡਣਾ ਨਹੀਂ ਹੈ। ਇਨਸਾਨ ਗਲਤ ਤਰੀਕੇ ਦੇ ਨਾਲ ਸੋਚਦਾ ਹੈ ਕਿ ਮੈਂ ਇਹਨਾਂ ਨੂੰ ਛੱਡ ਕੇ ਕਿਤੇ ਕੰਪਲੀਟ ਆਈਸੋਲੇਸ਼ਨ ਦੇ ਵਿੱਚ ਚਲਾ ਜਾਵਾਂ, ਉੱਥੇ ਜਾ ਕੇ ਰਹਿਣਾ ਸ਼ੁਰੂ ਕਰ ਦੂੰ ਤਾਂ ਮੈਨੂੰ ਪਰਮਾਤਮਾ ਮਿਲ ਜੂਗਾ।
ਨਹੀਂ ਮਿਲ ਸਕਦਾ। ਮਨ ਫਿਰ ਰਿਐਕਟ ਕਰੂਗਾ, ਫਿਰ ਉਹ ਚੀਜ਼ਾਂ ਰੱਖੇਗਾ ਤੇ ਫਿਰ ਸਾਨੂੰ ਵਾਪਸ ਇਸ ਦੇ ਵਿੱਚ ਲੈ ਕੇ ਆ ਜਾਵੇਗਾ। ਸਪਰੈਸ਼ਨ ਨਹੀਂ ਕਰਨਾ ਹੈ, ਕੰਟਰੋਲ ਕਰਨਾ ਹੈ। ਕੰਟਰੋਲ ਕਿਵੇਂ ਆਊਗਾ? ਲੈਵਲ ਦਰ ਲੈਵਲ, ਧੀਰੇ ਧੀਰੇ ਆਪਾਂ ਉਸ ਅਵਸਥਾ ਦੇ ਵਿੱਚ ਵਧਾਂਗੇ ਕਿ ਸਾਨੂੰ ਇਹ ਜਿਹੜੀਆਂ ਚੀਜ਼ਾਂ ਹਨ ਇਹ ਨੋਰਮਲਾਈਜ਼ ਲੱਗਣਾ ਸ਼ੁਰੂ ਹੋ ਜਾਵੇਗੀ ਤੇ ਆਪਾਂ ਇਸ ਤੋਂ ਉੱਪਰ ਉੱਠ ਜਾਵਾਂਗੇ। ਕਰਨਾ ਕਿਵੇਂ ਹੈ? ਦੇਖੋ 24 ਘੰਟੇ ਹੁੰਦੇ ਹਨ, ਆਪਾਂ ਬੜੇ ਆਰਾਮ ਦੇ ਨਾਲ ਆਪਣਾ ਕੰਮ ਕਾਜ ਵੀ ਕਰ ਸਕਦੇ ਹਾਂ, ਬੱਚਿਆਂ ਦੇ ਨਾਲ ਆਪਣਾ ਟਾਈਮ ਵੀ ਬਿਤਾ ਸਕਦੇ ਹਾਂ, ਹੱਸਾ ਖੇਲਾ ਵੀ ਕਰ ਸਕਦੇ ਹਨ, ਘੁੰਮ ਵੀ ਸਕਦੇ ਹਨ ਤੇ 2.5 ਘੰਟੇ ਭਜਨ ਸਿਮਰਨ ਵੀ ਕਰ ਸਕਦੇ ਹਨ। ਜੇ ਇਸ ਤਰੀਕੇ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਬਿਤਾਵਾਂਗੇ ਤਾਂ ਭਾਈ ਮੰਜ਼ਿਲ ਦਰ ਮੰਜ਼ਿਲ ਉਹ ਅਵਸਥਾ ਵੀ ਆਵੇਗੀ ਜਦ ਆਪਾਂ ਉਸ ਪਰਮਾਤਮਾ ਦਾ ਜਿਹੜਾ ਰਸਤਾ ਹੈ ਉਹਦੇ ਵਿੱਚ ਤੁਰਦੇ ਚਲਾ ਜਾਵਾਂਗੇ। ਲੇਕਿਨ ਇਹ ਇੱਕ ਰਾਤ ਦੇ ਵਿੱਚ ਨਹੀਂ ਹੋਣ ਲੱਗਾ, ਇੱਕ ਦਿਨ ਦੇ ਵਿੱਚ ਨਹੀਂ ਹੋਣ ਲੱਗਾ। ਆਪਾਂ ਸੋਚਦੇ ਹਾਂ ਕਿ ਆਪਾਂ 5G ਜਨਰੇਸ਼ਨ ਦੇ ਵਿੱਚ ਰਹਿੰਦੇ ਹਾਂ, ਹਰ ਚੀਜ਼ ਆਪਾਂ ਨੂੰ ਛੇਤੀ ਮਿਲ ਜਾਵੇ, 30 ਸੈਕਿੰਡ ਦੇ ਵਿੱਚ ਸਾਨੂੰ ਹਰ ਚੀਜ਼ ਮਿਲ ਜਾਵੇ। ਨਹੀਂ ਹੋ ਸਕਦੀ ਭਾਈ। ਇਹ ਕੋਈ ਇੰਸਟਾਗ੍ਰਾਮ ਦੀ ਰੀਲ ਨਹੀਂ ਹੈ, ਕੋਈ YouTube ਸ਼ਾਰਟ ਨਹੀਂ ਹੈ ਜਿੱਥੇ ਤੁਸੀਂ ਸਕਰੋਲ ਕਰਦੇ ਜਾਓ ਤੇ ਪਰਮਾਤਮਾ ਮਿਲ ਜਾਊਗਾ। ਇਹ ਭਾਈ ਉਹ ਸੱਚੀ ਸ਼ਰਧਾ ਤੇ ਸਰੈਂਡਰ ਹੈ ਜਿਹਦੇ ਵਿੱਚ ਆਪਾਂ ਸਿਰਫ ਉਸ ਦੇ ਸਾਹਮਣੇ ਇੱਕ ਭਾਵ ਰੱਖ ਸਕਦੇ ਹਨ ਕਿ ਪਰਮਾਤਮਾ ਮੇਰੇ ਵਿੱਚੋਂ ਤਾਕਤ ਨਹੀਂ ਹੈ, ਮੈਨੂੰ ਤਾਂ ਮਾਲਿਕ ਮੇਰੀ ਬਾਹ ਫੜ ਲੈ ਤੇ ਮੈਨੂੰ ਕੱਢ ਕੇ ਲੈ ਜਾ। ਸਾਡੇ ਵਿੱਚੋਂ ਤਾਕਤ ਨਹੀਂ ਹੈ, ਲੇਕਿਨ ਆਪਾਂ ਉਹ ਅਰਦਾਸ ਤਾਂ ਕਰੀਏ, ਉਸ ਦੇ ਸਾਹਮਣੇ ਉਹ ਮਾਲਿਕ ਦੇ ਅੱਗੇ ਉਹ ਚੀਜ਼ ਤਾਂ ਰੱਖੀਏ ਕਿ ਮਾਲਿਕ ਮੈਂ ਤੈਨੂੰ ਪਾਣਾ ਚਾਹੁੰਦਾ ਹਾਂ, ਮੈਨੂੰ ਹਿੰਮਤ ਬਖਸ਼, ਮੇਰੇ ਤੋਂ ਭਜਨ ਸਿਮਰਨ ਕਰਵਾ। ਹੋਵੇਗਾ ਉਸ ਦੀ ਕਰਨੀ ਦੇ ਨਾਲ, ਉਹ ਸਾਨੂੰ ਜਦ ਤਾਕਤ ਦੇਊਗਾ ਜਦ ਆਪਾਂ ਕੁਝ ਕਰ ਸਕਾਂਗੇ। ਲੇਕਿਨ ਉਹਦੇ ਲਈ ਟਾਈਮ ਤਾਂ ਕੱਢੋ, ਤੁਸੀਂ ਆਪਣੀ ਹਾਜ਼ਰੀ ਤਾਂ ਭਰੋ, ਉੱਤੇ ਬੈਠੋ ਤਾਂ ਸਹੀ, ਆਪਣੀ ਡਿਊਟੀ ਸਮਝ ਕੇ ਬੈਠੋ। ਆਪਾਂ ਕਹਿ ਦਿੰਦੇ ਆ ਜੀ ਦਿਲ ਨਹੀਂ ਲੱਗ ਰਿਹਾ, ਮਨ ਨਹੀਂ ਲੱਗ ਰਿਹਾ। ਉਹ ਭਰਾਵਾ ਮਨ ਲਗਾਉਣ ਵਾਸਤੇ ਹੀ ਤਾਂ ਭਜਨ ਸਿਮਰਨ ਦਿੱਤਾ ਗਿਆ ਹੈ। ਜਦ ਉਹ ਜਿਹੜੀ ਮੈਲ ਹੈ ਉਹ ਸਾਫ਼ ਹੋਵੇਗੀ, ਜਦ ਜਾ ਕੇ ਹੀ ਤਾਂ ਕੁਝ ਹੋਵੇਗਾ। ਡਾਕਟਰ ਵੀ ਦਵਾਈ ਦਿੰਦਾ ਹੈ, ਉਹ ਵੀ ਕਹਿੰਦਾ ਹੈ ਕਿ ਬਈ ਕੋਰਸ ਪੂਰਾ ਕਰੋ। ਆਪਾਂ ਦਵਾਈ ਲੈ ਆਂਗੇ, ਪ੍ਰੋਪਰ ਡਾਈਟ ਲੈ ਆਂਗੇ ਤਾਂ ਹੀ ਤਾਂ ਠੀਕ ਹੁੰਦੇ ਆ ਭਾਈ। ਜੇ ਆਪਾਂ ਉਸ ਦੇ ਉੱਤੇ ਵਿਸ਼ਵਾਸ ਰੱਖ ਕੇ ਆਪਣੇ ਵੱਲੋਂ ਭਜਨ ਸਿਮਰਨ ਕਰਾਂਗੇ, ਸਾਡੀ ਜਿਹੜੀ ਗੰਦਗੀ ਹੈ ਉਹ ਸਾਫ਼ ਹੋਵੇਗੀ, ਤਦ ਜਾ ਕੇ ਉਹ ਪਰਮਾਤਮਾ ਨੂੰ ਆਪਾਂ ਪਾ ਸਕਾਂਗੇ। ਆਪਾਂ ਸੋਚਦੇ ਹਾਂ ਹਰ ਚੀਜ਼ ਫਾਸਟ ਐਂਡ ਫਿਊਰੀਅਸ ਹੋ ਜਾਵੇ, ਨਹੀਂ ਹੋ ਸਕਦੀ। ਬੰਦੇ ਵਿੱਚ ਪਤਾ ਨਹੀਂ ਕਿੰਨੇ ਜਨਮਾਂ ਦੀ ਜਿਹੜੀ ਮੈਲ ਹੈ ਉਹ ਲੱਗੀ ਹੋਈ ਹੈ। ਜੇ ਆਪਾਂ ਭਜਨ ਸਿਮਰਨ ਕਰਾਂਗੇ, ਸਿਮਰਨ ਦੀ ਜਿਹੜੀ ਚਾਲ ਹੈ ਉਹ ਤੇਜ਼ ਚੱਲੂਗੀ ਤਾਂ ਭਾਈ ਇਹ ਬਹੁਤ ਤੇਜ਼ੀ ਦੇ ਨਾਲ ਇਹ ਜਿਹੜੇ ਕਰਮ ਹਨ ਇਹ ਕੱਟਣੇ ਸ਼ੁਰੂ ਹੋ ਜਾਣਗੇ। ਤੇ ਇਸ ਬਾਣੀ ਦੇ ਜ਼ਰੀਏ ਸਾਰਾ ਕੁਝ ਕਬੀਰ ਸਾਹਿਬ ਨੇ ਸਾਡੇ ਵਾਸਤੇ ਧਰ ਦਿੱਤਾ ਕਿ ਜੇ ਆਪਾਂ ਉਸ ਦਾ ਬਣ ਕੇ ਚੱਲਾਂਗੇ, ਉਸ ਦੇ ਅੱਗੇ ਆਪਣੀ ਜਿਹੜੀ ਚਾਹਤ ਰੱਖਾਂਗੇ ਕਿ ਇਹ ਪਰਮਾਤਮਾ ਮੈਨੂੰ ਵੀ ਇਸ ਭਵਸਾਗਰ ਤੋਂ ਕੱਢ ਲੈ, ਉਹ ਜ਼ਰੂਰ ਸਾਡੀ ਬਾਹ ਫੜੂਗਾ। ਲੇਕਿਨ ਜੇ ਆਪਾਂ ਆਪਣੀ ਭਾਅ ਦੁਨਿਆਵੀ ਚੀਜ਼ਾਂ ਦੇ ਵਿੱਚ ਫੜਾਵਾਂਗੇ, ਆਪਣੇ ਆਪ ਨੂੰ ਮਸ਼ਗੂਲ ਕਰਕੇ ਬਹਿ ਜਾਾਂਗੇ ਤਾਂ ਭਾਈ ਉਹ ਸਾਡੇ ਤੋਂ ਸਿਰਫ ਦੂਰ ਹੋ ਜਾਵੇਗਾ, ਸਾਡੇ ਪਾਸ ਨਹੀਂ ਆ ਸਕਦਾ। ਆਪਾਂ ਨੇ ਤਾਂ ਸਰੈਂਡਰ ਦੀ ਭਾਵਨਾ ਦੇ ਵਿੱਚ ਜਾਣਾ ਹੈ। ਸਾਨੂੰ ਤਾਂ ਇਹੀ ਕਹਿਣਾ ਹੈ ਕਿ ਹੇ ਗੁਰੂ, ਮੈਂ ਤਾਂ ਬਹਿ ਰਹਾ ਹਾਂ, ਮੈਨੂੰ ਬਚਾ ਲੈ, ਮੈਨੂੰ ਬਖਸ਼ ਲੈ, ਬਖਸ਼ ਲੈ, ਬਖਸ਼ ਲੈ। ਆਪਾਂ ਤਾਂ ਭਾਈ ਉਹ ਸਤਨਾਮ ਸਮੁੰਦਰ ਦੇ ਕਤਰੇ ਹਾਂ ਜਿਹੜੇ ਇੱਥੇ ਆ ਕੇ ਪਟਕ ਗਏ ਹਨ। ਆਪਾਂ ਨੇ ਤਾਂ ਵਾਪਸ ਉਸੇ ਸਮੁੰਦਰ ਦੇ ਵਿੱਚ ਚਲੇ ਜਾਣਾ ਹੈ। ਲੇਕਿਨ ਆਪਣੀ ਜਿਹੜੀ ਹਸਤੀ ਹੈ ਉਹਨੂੰ ਭੁਲਾ ਕੇ ਜਦ ਉਹ ਪਰਮਾਤਮਾ ਸਾਡਾ ਪੱਲਾ ਪਕੜੇਗਾ, ਸਾਨੂੰ ਸਹਾਰਾ ਦੇਊਗਾ, ਤਦ ਜਾ ਕੇ ਸਾਡੀ ਮੁਕਤੀ ਹੋਵੇਗੀ। ਸਾਡੇ ਕਰਨ ਦੇ ਨਾਲ ਨਹੀਂ ਹੋ ਸਕਦਾ ਜਦ ਤੱਕ ਉਹਦਾ ਸਹਾਰਾ ਨਾ ਹੋਵੇ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਸੋਚੇ ਕਿ ਜੀ ਉਹ ਸਾਡੀ ਬਾਹ ਫੜ ਕੇ ਸਾਨੂੰ ਭਜਨ ਸਿਮਰਨ ਤੇ ਵੀ ਬਿਠਾਵੇ, ਸਾਨੂੰ ਉਹਦੇ ਵਿੱਚ ਹੀ ਬਿਠਾਵੇ। ਇਹ ਗਲਤ ਤਰੀਕੇ ਦੇ ਨਾਲ ਇਸ ਸ਼ਬਦ ਨੂੰ ਨਹੀਂ ਲੈਣਾ ਹੈ। ਰੋਜ਼ ਭਜਨ ਸਿਮਰਨ ਦੇ ਵਿੱਚ ਬੈਠੋ ਤੇ ਭਜਨ ਤੋਂ ਪਹਿਲਾਂ ਇਹ ਅਰਦਾਸ ਕਰੋ ਕਿ ਹੇ ਮੇਰੇ ਮਾਲਿਕ, ਮੇਰੇ ਵਿੱਚ ਤਾਕਤ ਨਹੀਂ ਹੈ, ਤੂੰ ਮੈਨੂੰ ਉਹ ਤਾਕਤ ਬਖਸ਼ ਕਿ ਮਾਲਿਕ ਮੈਂ ਤੇਰਾ ਭਜਨ ਸਿਮਰਨ ਕਰ ਸਕਾਂ। ਮੇਰੀ ਬਾਹ ਫੜ ਲੈ, ਮੇਰੇ ਸਤਿਗੁਰੂ ਮੇਰੀ ਬਾਹ ਫੜ ਲੈ।
ਤਾਂ ਇਹ ਬੇਨਤੀ ਹੈ ਕਿ ਆਪਾਂ ਨੂੰ ਇਹ ਸ਼ਬਦ ਦੇ ਜ਼ਰੀਏ ਉਹ ਜਿਹੜੀ ਚਾਹਤ ਹੈ ਉਹ ਉਸ ਪਰਮਾਤਮਾ ਦੇ ਸਾਹਮਣੇ ਰੱਖਣੀ ਹੈ ਕਿ ਮੇਰੇ ਸਤਿਗੁਰੂ ਪਕੜੀ ਬਾਹਾਂ, ਨਹੀਂ ਤੋ ਮੈਂ ਬਹਿ ਜਾਤਾ। ਉਸਨੇ ਸਾਡੀ ਜਿਹੜੀ ਬਾਹ ਹੈ ਉਹ ਫੜ ਲਈ ਹੈ। ਜੇ ਸਤਸੰਗ ਦੇ ਵਿੱਚ ਆਪਾਂ ਜਾ ਰਹੇ ਹਨ, ਸਾਨੂੰ ਨਾਮਦਾਨ ਮਿਲ ਗਿਆ ਹੈ, ਆਪਾਂ ਚੰਗੇ ਰਸਤੇ ਦੇ ਉੱਤੇ ਹੈਗੇ ਆ, ਤਾਂ ਭਾਈ ਉਹਨੇ ਤੁਹਾਡੀ ਬਾਹ ਫੜ ਲਈ ਹੈ। ਬਸ ਹੁਣ ਉਹਦੇ ਬਤਾਏ ਹੋਏ ਰਸਤੇ ਦੇ ਉੱਤੇ ਚੱਲਣਾ ਹੈ, ਉਹਦੇ ਦਿੱਤੇ ਹੋਏ ਗਿਆਨ ਦੀ ਕਦਰ ਕਰਨੀ ਹੈ, ਪਿਆਰ ਵਾਲਾ ਬਣਨਾ ਹੈ, ਗੁਰੂ ਵਾਲਾ ਬਣਨਾ ਹੈ। ਸਿੱਖਾਂਗੇ, ਸੱਚੇ ਰਸਤੇ ਦੇ ਉੱਤੇ ਚੱਲਾਂਗੇ, ਆਪਣੀ ਚਾਹਤ ਦੇ ਉੱਤੇ ਨੂੰ ਪਰੇ ਰੱਖ ਕੇ ਉਸ ਮਾਲਕ ਦੀ ਚਾਹਤ ਨੂੰ ਪ੍ਰਾਇੋਰਟਾਈਜ਼ ਕਰਾਂਗੇ, ਉਹ ਮਾਲਕ ਸਾਨੂੰ ਅੱਗੇ ਲੈ ਕੇ ਜਾਊਗਾ। ਉਹ ਸਾਡਾ ਸਵਾਰਥ ਵੀ ਬਣਾਊਗਾ, ਉਹ ਸਾਡਾ ਪਰਮਾਰਥ ਵੀ ਬਣਾਊਗਾ। ਲੇਕਿਨ ਆਪਣੀ ਕਰਨੀ ਕਰਕੇ ਵਿਖਾਓ। ਸੱਚੀ ਕਰਨੀ ਕਿਹੜੀ ਹੈ? ਉਹ ਸ਼ਬਦ ਦੀ ਕਰਨੀ, ਉਸ ਭਜਨ ਸਿਮਰਨ ਦੀ ਕਰਨੀ। ਉਹਦੇ ਜ਼ਰੀਏ ਹੀ ਸਭ ਕੁਝ ਹੋਇਆ ਹੈ, ਉਹਦੇ ਜ਼ਰੀਏ ਹੀ ਸਭ ਕੁਝ ਹੋਵੇਗਾ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਉਹ ਨਾਮ ਰਹੂਗਾ, ਉਹ ਸ਼ਬਦ ਰਹੂਗਾ, ਉਸ ਮਾਲਕ ਦੀ ਹਸਤੀ ਰਹੂਗੀ। ਬਾਕੀ ਸਾਰੀਆਂ ਚੀਜ਼ਾਂ ਨੇ ਫਨਾ ਹੋ ਜਾਣਾ ਹੈ। ਤਾਂ ਆਪਾਂ ਨੇ ਵੀ ਸਮਝਣਾ ਹੈ, ਪਿਆਰ ਵਾਲਾ ਬਣਨਾ ਹੈ, ਭਜਨ ਸਿਮਰਨ ਕਰਨਾ ਹੈ। ਮਾਇਆ ਮਮਤਾ ਤਜ ਦਈ, ਵਿਸ਼ਿਆ ਨਾਹੀ ਸਮਾਏ। ਕਹੈ ਕਬੀਰ ਸੁਨੋ ਭੈ ਸਾਥੋ, ਹਦ ਤਜ ਬੇਹਦ ਜਾਏ। ਮੇਰੇ ਸਤਿਗੁਰੂ ਪਕੜੀ ਬਾਹਾਂ, ਨਹੀਂ ਤੋ ਮੈਂ ਬਹਿ ਜਾਤਾ। राधा स्वामी जी।